Good morning students, welcome back to my YouTube channel. Today I am discuss about to the part 6 of the lesson number formation of to the business organization. In this session I am discuss about to the another types of to the business, and also discuss about to the answer key related to the test which has been conducting from to the part of 5th session, which students cannot be see their 5th part, so please see this and give their answers of the test which has been given to you, and I hope you will be doing better job. Now we'll start from this session. The first is joint stock company. Joint stock company ਜਿਹੜੀ ਹੁੰਦੀ ਆ ਇਹ ਮਲਟੀਨੈਸ਼ਨਲ ਕੰਪਨੀਜ਼ ਹੁੰਦੀਆਂ ਨੇ, ਇਹ ਉਹ ਵਾਲੀਆਂ ਅਫੋਰਡ ਕਰ ਸਕਦੀਆਂ ਨੇ, ਜਾਣੀ ਕਿ ਅਸੀਂ ਕਹਿ ਸਕਦੇ ਹਾਂ ਵੀ ਜਿਹੜੀਆਂ MNCs ਹੁੰਦੀਆਂ ਨੇ ਇਹਨਾਂ ਨੂੰ ਕਿਹਾ ਜਾਂਦਾ ਮਲਟੀਨੈਸ਼ਨਲ ਕੰਪਨੀਜ਼, ਉਹ ਸਾਰੀਆਂ ਜੁਆਇੰਟ ਸਟਾਕ ਕੰਪਨੀਜ਼ ਹੁੰਦੀਆਂ ਨੇ। ਉਹਨਾਂ ਨੂੰ ਜੁਆਇੰਟ ਸਟਾਕ ਕਿਉਂ ਕਿਹਾ ਜਾਂਦਾ? ਕਿਉਂਕਿ ਇਹਦੇ ਵਿੱਚ ਕੀ ਹੁੰਦਾ ਵਾ, ਨੰਬਰ ਆਫ ਪਰਸਨਸ ਇਨਕਲੂਡਡ ਹੁੰਦੇ ਆ ਅਤੇ ਇਹਨਾਂ ਕੰਪਨੀਆਂ ਦੇ ਸ਼ੇਅਰਸ ਜਿਹੜੇ ਹੁੰਦੇ ਆ ਉਹ ਮਾਰਕੀਟ ਦੇ ਵਿੱਚ ਹੁੰਦੇ ਆ, ਤਾਂ ਕਰਕੇ ਇਹਨਾਂ ਨੂੰ ਜੁਆਇੰਟ ਸਟਾਕ ਕੰਪਨੀਜ਼ ਕਿਹਾ ਜਾਂਦਾ ਵਾ। ਸਟਾਰਟ ਕਰਦੇ ਹਾਂ ਇਹਨਾਂ ਨੂੰ। A form of to the business organization established under to the Companies Act 2013। ਇਹ ਤੁਹਾਨੂੰ ਯਾਦ ਰਹਿਣਾ ਚਾਹੀਦਾ ਵੀ ਕਿਹੜਾ ਕੰਪਨੀਜ਼ ਐਕਟ ਚੱਲਦਾ ਵਾ ਅੱਜ ਕੱਲ੍ਹ ਕਮਰਸ ਦੇ ਵਿੱਚ, ਤੁਸੀਂ ਯਾਦ ਰੱਖਣਾ, ਕਿਉਂਕਿ ਜਿਹੜਾ ਕੰਪਨੀਜ਼ ਐਕਟ ਹੈ ਸਾਨੂੰ ਯੂਜ਼ਫੁਲ ਆ, ਕਿਉਂਕਿ ਇਹਦੇ ਵਿੱਚ ਹੀ ਸਾਰੀਆਂ ਕੰਪਨੀਜ਼ ਜਿਹੜੀਆਂ ਹੁੰਦੀਆਂ ਰਜਿਸਟਰਡ ਹੁੰਦੀਆਂ ਨੇ। ਤਾਂ ਕਿਹੜੀ ਆ? ਕੰਪਨੀਜ਼ ਐਕਟ 2013 ਦੀ ਐਨ ਆਰਟੀਫਿਸ਼ੀਅਲ ਪਰਸਨਸ ਵਿਦ ਦੀ ਸੈਪਰੇਟ ਲੀਗਲ ਆਈਡੈਂਟੀਟੀ। ਇਹ ਕੀ ਹੁੰਦੀ ਹੈ? ਇੱਕ ਆਰਟੀਫਿਸ਼ੀਅਲ ਪਰਸਨ ਹੁੰਦੀ ਆ, ਵੀ ਇਹ ਕੰਪਨੀ ਦਾ ਨਾਮ ਹੁੰਦਾ ਵਾ, ਪਰ ਉਹ ਕੀ ਹੁੰਦਾ ਵਾ, ਐਗਜ਼ਿਸਟ ਨਹੀਂ ਕਰਦੀ ਹੁੰਦੀ ਐਜ਼ ਏ ਹਿਊਮਨ ਬੀਇੰਗ, ਪਰ ਉਹਦੀ ਲੀਗਲ ਸੈਪਰੇਟ ਆਈਡੈਂਟੀਟੀ ਹੁੰਦੀ ਆ। ਦੀ ਫੰਡ ਫਰੋਮ ਟੂ ਦੀ ਕੰਪਨੀਜ਼ ਆਰ ਰਾਈਜ਼ਿਜ਼ ਇਸ਼ੂਜ਼ ਆਫ ਦੀ ਸ਼ੇਅਰਸ ਐਂਡ ਬੋਰਿੰਗ। ਵੀ ਇਹਨਾਂ ਦੇ ਵਿੱਚ ਜਿਹੜਾ ਪੈਸਾ ਲਗਾਇਆ ਜਾਂਦਾ ਉਹ ਕਿਵੇਂ ਲਗਾਇਆ ਜਾਂਦਾ? ਵੀ ਕੰਪਨੀ ਦੀ ਮਾਲਕੀਅਤ ਜਿਹੜੀ ਹੁੰਦੀ ਆ ਉਹ ਸ਼ੇਅਰ ਦੇ ਰੂਪ ਦੇ ਵਿੱਚ ਸੇਲ ਆਊਟ ਕੀਤੀ ਜਾਂਦੀ ਹੈ ਮਾਰਕੀਟ ਦੇ ਵਿੱਚ, ਜਾਂ ਬਾਹਰੋਂ ਪੈਸਾ ਰਾਈਜ਼ ਕੀਤਾ ਜਾਂਦਾ ਐਜ਼ ਏ ਲੋਨ ਟਾਈਪ। Section 3 of the Companies Act 2013 definition of a company as a company formed and registered under the act and under any previous companies law। ਕਹਿੰਦੇ ਕੰਪਨੀਜ਼ ਐਕਟ ਕਿਹੜਾ ਵਾ, ਜਿਹੜਾ ਵੀ ਇਹ ਕੰਪਨੀ ਦੇ ਐਕਟ ਦੇ ਅੰਡਰ ਕੋਈ ਵੀ ਰਜਿਸਟਰ ਹੁੰਦੀ ਆ, ਜਾਂ ਕੋਈ ਕੰਪਨੀ ਦਾ ਜਿਹੜਾ ਪ੍ਰੀਵੀਅਸ ਲਾਅ ਸੀਗਾ, ਪ੍ਰੀਵੀਅਸ ਲਾਅ ਜਿਹੜਾ ਸੀਗਾ ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜਾ ਸੀ। ਕੰਪਨੀਜ਼ ਐਕਟ ਦਾ ਪ੍ਰੀਵੀਅਸ ਲਾਅ 1956 ਸੀਗਾ, ਜਿਹਦੇ ਅੰਡਰ ਇਹ ਰਜਿਸਟਰਡ ਹੁੰਦੇ ਸੀਗੇ। ਤਾਂ ਅੱਜ ਕੱਲ੍ਹ ਇਹ ਜਿਹੜਾ ਲਾਅ ਹੈ ਇਹਨੂੰ ਅਬੋਲਿਸ਼ ਕਰਕੇ ਜਿਹੜਾ ਵਾ ਹੁਣ ਨਿਊ ਲਾਅ ਅਪਲਾਈ ਕਰ ਦਿੱਤਾ ਗਿਆ ਕੰਪਨੀਜ਼ ਐਕਟ 2013। ਹੁਣ ਇਹਦੇ ਵਿੱਚ ਵੀ ਅਮੈਂਡਮੈਂਟ ਚੱਲ ਰਹੀ ਹੈ, ਨੈਕਸਟ ਟਾਈਮ ਇਹਨੂੰ ਵੀ ਚੇਂਜ ਕਰ ਦਿੱਤਾ ਜਾਵੇਗਾ। ਨੈਕਸਟ ਹੈਗਾ ਇਹਦੇ ਫੀਚਰਸ ਕੀ ਹੁੰਦੇ ਆ, ਵੀ ਜਿਹੜੀਆਂ ਅਸੀਂ ਜੁਆਇੰਟ ਸਟਾਕ ਕੰਪਨੀਜ਼ ਬਣਾ ਲੈਂਦੇ ਹਾਂ। ਪਹਿਲਾ ਉਹਦਾ ਬੈਨੀਫਿਟ ਹੈਗਾ ਵਾ ਵੀ ਆਰਟੀਫਿਸ਼ੀਅਲ ਪਰਸਨ, ਮੈਂ ਹੁਣੀ ਦੱਸਿਆ ਵੀ ਇਹ ਕੰਪਨੀ ਦਾ ਇੱਕ ਨਾਮ ਦੇ ਦਿੱਤਾ ਜਾਂਦਾ ਪਰਟੀਕੂਲਰ, ਅਤੇ ਉਹਦੇ ਅਕੋਰਡਿੰਗ ਉਹ ਬਿਜ਼ਨਸ ਰਨ ਕਰਦੇ ਹੁੰਦੇ ਆ, ਅਤੇ ਜਿੰਨੀਆਂ ਵੀ ਐਸਟਸ ਰਾਈਜ਼ ਹੋਣਗੀਆਂ ਉਹ ਸਾਰੀਆਂ ਕੰਪਨੀਜ਼ ਦੀਆਂ ਆਉਣਗੀਆਂ। ਤਾਂ ਕਰਕੇ ਕੀ ਹੁੰਦਾ, ਇੱਕ ਆਰਟੀਫਿਸ਼ੀਅਲ ਪਰਸਨ ਹੁੰਦਾ ਕਿਉਂਕਿ ਇਹਦਾ ਨੇਮ ਰੱਖਿਆ ਜਾਂਦਾ, ਬਟ ਇਹ ਹਿਊਮਨ ਬੀਇੰਗ ਦੀ ਤਰ੍ਹਾਂ ਐਗਜ਼ਿਸਟ ਨਹੀਂ ਕਰਦਾ। ਫੋਰ ਐਗਜ਼ਾਮਪਲ ਰਿਲਾਇੰਸ, ਜੀਓ, ਇਹ ਸਾਰੀਆਂ ਕੰਪਨੀਜ਼ ਕਿਹੜੀਆਂ ਨੇ? ਜੁਆਇੰਟ ਸਟਾਕ ਕੰਪਨੀਜ਼ ਨੇ। ਇਹਨਾਂ ਵਿੱਚ ਨੰਬਰ ਆਫ ਪਰਸਨਸ ਜਿਹੜੇ ਹੁੰਦੇ ਆ ਇਨਕਲੂਡ ਹੁੰਦੇ ਆ, ਜਿਹੜੇ ਕਿ ਸ਼ੇਅਰ ਬਾਏ ਕਰਦੇ ਆ ਅਤੇ ਬਿਜ਼ਨਸ ਦੇ ਵਿੱਚ ਪੈਸਾ ਲਗਾਉਂਦੇ ਆ। ਅਤੇ ਇਹਦੇ ਵਿੱਚ ਜਿਹੜਾ ਉਹ ਜਿਹੜੀ ਆਰਟੀਫਿਸ਼ੀਅਲ ਪਰਸਨ ਆ ਉਹ ਕਿਹੜੀ ਆ? ਜੀਓ ਆ, ਜਾਂ ਤੁਸੀਂ ਕਹਿ ਦਿਓ ਰਿਲਾਇੰਸ ਕੰਪਨੀ ਆ। ਨੈਕਸਟ ਹੈਗਾ ਵਾ ਸੈਪਰੇਟ ਲੀਗਲ ਆਈਡੈਂਟੀਟੀ। ਹੁਣ ਇਹਦੇ ਵਿੱਚ ਜਿਹੜੀਆਂ ਕੰਪਨੀਜ਼ ਹੁੰਦੀਆਂ ਨੇ ਇਹਨਾਂ ਨੂੰ ਇੱਕ ਸੈਪਰੇਟ ਲੀਗਲ ਆਈਡੈਂਟੀਟੀ ਮਿਲਦੀ ਹੁੰਦੀ ਹੈ। ਜਿਵੇਂ ਰਿਲਾਇੰਸ ਕੰਪਨੀ ਸੈਪਰੇਟ ਆ ਕੀ ਤੋਂ? ਮੁਕੇਸ਼ ਅੰਬਾਨੀ ਤੋਂ। ਮੁਕੇਸ਼ ਅੰਬਾਨੀ ਕੌਣ ਆ? ਜਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਜਿਹਦੇ ਕੋਲ ਕੀ ਆ 49% ਜਿਹੜੇ ਸ਼ੇਅਰਸ ਨੇ, ਜਾਂ ਤੁਸੀਂ ਕਹਿ ਦਿਓ 50 ਤੋਂ ਵੱਧ ਜਿਹੜੇ ਸ਼ੇਅਰਸ ਨੇ ਉਹ ਕਿਹਦੇ ਕੋਲ ਨੇ? ਮੁਕੇਸ਼ ਅੰਬਾਨੀ ਕੋਲ ਨੇ। ਤਾਂ ਉਹ ਕੀ ਆ, ਰਿਲਾਇੰਸ ਜਿਹੜੀ ਇੰਡਸਟਰੀ ਆ ਉਹਦੇ ਨੇਮ ਨਾਲ ਚੱਲਦੀ ਹੈ, ਜਿਹੜੀ ਕਿ ਉਹਨੂੰ ਆਰਡਰ ਕਿਹਾ ਜਾ ਸਕਦਾ, ਬਟ ਉਹਦੀ ਵੀ ਇੱਕ ਸੈਪਰੇਟ ਲੀਗਲ ਆਈਡੈਂਟੀਟੀ ਆ। ਜੇਕਰ ਕੋਈ ਵੀ ਐਸਟ ਬਾਏ ਹੁੰਦੀ ਆ ਤਾਂ ਉਹ ਕਿਹਦੇ ਨਾਮ ਨਾਲ ਹੋਏਗੀ? ਜਾਂ ਤਾਂ ਜੀਓ ਜਿਹੜੀ ਉਹਨੇ ਕੰਪਨੀ ਇੱਕ ਨਿਊ ਸਟਾਰਟ ਕੀਤੀ ਆ, ਜਾਂ ਫਿਰ ਹੋਏਗੀ ਕਿਹੜੀ? ਰਿਲਾਇੰਸ। ਇਹ ਦੋ ਕੰਪਨੀਜ਼ ਦੇ ਥਰੂ ਹੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੇਲ ਪਰਚੇਜ਼ ਹੋਣਗੀਆਂ ਅਤੇ ਇਹਨਾਂ ਦਾ ਨਾਮ ਹੀ ਚੱਲੇਗਾ। ਨੈਕਸਟ ਹੈਗਾ ਫਾਰਮੇਸ਼ਨ ਰਿਕੁਆਇਰਮੈਂਟ ਐਂਡ ਲੀਗਲ ਫਾਰਮੈਲਿਟੀਜ਼। ਇਹਨੂੰ ਬਣਾਉਣ ਦੇ ਲਈ ਕੁਛ ਕੁ ਸਾਨੂੰ ਕੀ ਆ ਫਾਰਮੇਸ਼ਨ ਪੂਰੀਆਂ ਕਰਨੀਆਂ ਪੈਂਦੀਆਂ, ਜਿਹੜੇ ਲੀਗਲ ਡਾਕੂਮੈਂਟਸ ਮੰਗਦੇ ਨੇ, ਵੀ ਕੰਪਨੀ ਦੀ ਰਜਿਸਟ੍ਰੇਸ਼ਨ ਕਿੱਥੇ ਹੋਈ ਆ, ਉਹਦਾ ਹੈੱਡ ਆਫਿਸ ਕਿੱਥੇ ਆ, ਓਨਰਸ ਕਿਹੜੇ ਕਿਹੜੇ ਨੇ, ਕੰਪਨੀ ਦੇ ਕੀ ਰੂਲ ਰੈਗੂਲੇਸ਼ਨਸ ਨੇ, ਉਹ ਸਾਰੀਆਂ ਚੀਜ਼ਾਂ ਇੱਥੇ ਮੈਂਸ਼ਨ ਕਰਨੀਆਂ ਪੈਂਦੀਆਂ। ਨੈਕਸਟ ਹੈਗਾ ਵਾ ਇੰਜੋਏ ਟੂ ਦੀ ਪ੍ਰੋਸਪੈਕਚੁਅਲ ਸੁਸੈਸ਼ਨ। ਪ੍ਰੋਸਪੈਕਚੁਅਲ ਸੁਸੈਸ਼ਨ ਦਾ ਮਤਲਬ ਕੀ ਹੈ? ਜਦੋਂ ਇਹਨਾਂ ਨੂੰ ਇੱਕ ਸੈਪਰੇਟ ਲੀਗਲ ਆਈਡੈਂਟੀਟੀ ਮਿਲ ਜਾਂਦੀ ਆ ਤਾਂ ਇਹ ਕੰਪਨੀਜ਼ ਕੀ ਨੇ ਆਪਣੇ ਅਕੋਰਡਿੰਗ ਬਿਜ਼ਨਸ ਰਨ ਕਰ ਸਕਦੀਆਂ ਨੇ, ਅਤੇ ਇਹ ਜਿਹੜੀਆਂ ਨਵੀਆਂ ਕੰਪਨੀਜ਼ ਨੇ ਉਹਨਾਂ ਦੇ ਨਾਮ ਨਾਲ ਇਹ ਵੀ ਕੀ ਆ ਨਵੀਂ ਐਗਜ਼ਿਸਟ ਕਰਨ ਲੱਗ ਜਾਂਦੀ ਹੈ ਮਾਰਕੀਟ ਦੇ ਵਿੱਚ, ਅਤੇ ਇਹਨਾਂ ਨੂੰ ਵੀ ਇੱਕ ਆਈਡੈਂਟੀਟੀ ਮਿਲ ਸਕਦੀ ਹੈ ਵੀ ਉਹ ਬਿਜ਼ਨਸ ਨੂੰ ਰਨ ਕਰ ਸਕਦੇ ਆ। ਨੈਕਸਟ ਹੈਗਾ ਮੈਨੇਜਮੈਂਟ ਅੰਡਰ ਟੂ ਦੀ ਬੋਰਡ ਆਫ ਡਾਇਰੈਕਟਰ। ਬੋਰਡ ਆਫ ਡਾਇਰੈਕਟਰ ਕਿਹੜੇ ਹੁੰਦੇ ਆ? ਉਹ ਪਰਸਨ ਹੁੰਦੇ ਆ ਜਿਹੜੇ ਕਿ ਅਸਲ ਦੇ ਵਿੱਚ ਕੰਪਨੀ ਨੂੰ ਚਲਾਉਂਦੇ ਹੁੰਦੇ ਆ, ਠੀਕ ਹੈ। ਇਹ ਕੰਪਨੀਜ਼ ਦੇ ਸਭ ਤੋਂ ਟੌਪ ਲੈਵਲ ਦਾ ਜਿਹੜਾ ਮੈਨੇਜਮੈਂਟ ਹੁੰਦਾ, ਮੈਨੇਜਮੈਂਟ ਜਿਹੜੇ ਸਾਰੀ
ਕੰਪਨੀ ਨੂੰ ਇੱਕ ਟ੍ਰਾਇੰਗਲ ਪੋਰਸ਼ਨ ਦੇ ਵਿੱਚ 3 ਪਾਰਟਸ ਦੇ ਵਿੱਚ ਵੰਡਿਆ ਗਿਆ। ਇੱਕ ਟੌਪ ਲੈਵਲ ਹੁੰਦਾ ਵਾ, ਸੈਕਿੰਡ ਹੁੰਦਾ ਵਾ ਮਿਡਲ ਲੈਵਲ, ਅਤੇ ਥਰਡ ਲੈਵਲ ਹੁੰਦਾ ਵਰਕਰ ਜਿਹੜੇ ਹੁੰਦੇ ਆ 4th ਕਲਾਸ, ਅਤੇ ਸੈਕਿੰਡ ਦੇ ਵਿੱਚ ਮੈਨੇਜਰਸ ਆਉਂਦੇ ਹੁੰਦੇ ਆ, ਅਤੇ ਫਸਟ ਦੇ ਵਿੱਚ ਓਨਰ ਅਤੇ ਬੋਰਡ ਆਫ ਡਾਇਰੈਕਟਰ ਆਉਂਦੇ ਆ। ਬੋਰਡ ਆਫ ਡਾਇਰੈਕਟਰ ਕਿਹੜੇ ਪਰਸਨ ਹੁੰਦੇ ਆ? ਉਹ ਪਰਸਨ ਹੁੰਦੇ ਆ ਜਿਹੜੇ ਕਿ ਇਹ ਬਿਜ਼ਨਸ ਨੂੰ ਰਨ ਕਰਨ ਦੇ ਵਿੱਚ ਹੈਲਪ ਕਰਦੇ ਆ, ਅਤੇ ਇਹਨਾਂ ਦਾ ਹੀ ਸਾਰਾ ਕੰਮ ਹੁੰਦਾ ਵਾ ਵੀ ਮੈਨੇਜਮੈਂਟ ਕਿਸ ਤਰੀਕੇ ਨਾਲ ਕੀਤੀ ਜਾਊ। ਨੈਕਸਟ ਹੈਗਾ ਵਾ ਲਾਇਬਿਲਿਟੀ ਆਫ ਦੀ ਓਨਰਸ ਇਜ਼ ਅਨਲਿਮਿਟਡ, ਵੀ ਜਿਹੜੇ ਇਹਦੇ ਵਿੱਚ ਪੈਸਾ ਲਗਾਉਂਦੇ ਆ ਉਹਨਾਂ ਪਰਸਨਸ ਦੀ ਜਿੰਨਾ ਉਹ ਪੈਸਾ ਲਗਾਉਂਦੇ ਆ, ਇਨਵੈਸਟ ਕਰਦੇ ਆ, ਤਾਂ ਉਨੀ ਕੀ ਹੀ ਇਹਨਾਂ ਦੀ ਦੇਣਦਾਰੀ ਬਣਦੀ ਹੈ। ਇਸ ਤੋਂ ਵੱਧ ਉਹ ਐਕਸਟਰਾ ਅਨਲਿਮਿਟਡ ਲਾਇਬਿਲਿਟੀਜ਼ ਨਹੀਂ ਹੁੰਦੀਆਂ, ਤਾਂ ਇਹਨਾਂ ਦੀ ਸਿਰਫ ਲਿਮਿਟਡ ਲਾਇਬਿਲਿਟੀਜ਼ ਹੁੰਦੀਆਂ, ਜਿੰਨਾ ਪੈਸਾ ਲਗਾਉਣਗੇ ਅਤੇ ਉਨੇ ਦੇ ਹੀ ਦੇਣਦਾਰ ਨੇ ਜੇਕਰ ਕੱਲ੍ਹ ਨੂੰ ਲਾਸ ਹੋ ਜਾਂਦਾ ਵਾ। ਨੈਕਸਟ ਹੈਗਾ ਯੂਜ਼ ਆਫ ਟੂ ਦੀ ਕਾਮਨ ਸੀਲ, ਜਿਵੇਂ ਹੁਣ ਅਸੀਂ ਦੇਖਦੇ ਹੁੰਦੇ ਹਾਂ ਵੀ ਹਰੇਕ ਜਿਹੜੇ ਵੀ ਆਰਗੇਨਾਈਜੇਸ਼ਨ ਹੁੰਦੀ ਆ, ਸਕੂਲਸ ਲਗਾ ਲਓ, ਇੰਸਟੀਟਿਊਟਸ ਲਗਾ ਲਓ, ਕਾਲਜਸ ਲਗਾ ਲਓ, ਜਾਂ ਬੜੀ ਨੈਸ਼ਨਲ ਕੰਪਨੀਜ਼ ਹੁੰਦੀਆਂ, ਤਾਂ ਉਹਨਾਂ ਦੀ ਕਾਮਨ ਸਟੈਂਪਸ ਹੁੰਦੀ ਆ, ਜਾਂ ਤੁਸੀਂ ਕਹਿ ਦਿਓ ਕਾਮਨ ਸੀਲ ਹੁੰਦੀ ਹੈ, ਵੀ ਜੇਕਰ ਉਹਨਾਂ ਨੇ ਕੋਈ ਵੀ ਬਿਜ਼ਨਸ ਦੇ ਵਿੱਚ ਕੋਈ ਵੀ ਡਾਕੂਮੈਂਟ ਉਹਨਾਂ ਦੇ ਥਰੂ ਪਾਸ ਆਊਟ ਹੁੰਦਾ ਵਾ, ਤਾਂ ਉਹਦੇ ਉੱਤੇ ਉਹ ਸਟੈਂਪ ਲੱਗਦੀ ਹੈ, ਅਤੇ ਉਹ ਸਟੈਂਪ ਕੀ ਹੁੰਦੀ ਹੈ? ਉਹ ਇੱਕ ਤਰ੍ਹਾਂ ਦੀ ਲੀਗਲ ਆਈਡੈਂਟੀਟੀ ਹੁੰਦੀ ਹੈ ਵੀ ਇਹ ਕੰਪਨੀ ਨੇ ਬਿਜ਼ਨਸ ਦੇ ਵਿੱਚ ਕੋਈ ਨਾ ਕੋਈ ਐਸਟ ਪਰਚੇਜ਼ ਜਾਂ ਸੇਲ ਕੀਤੀ ਆ, ਜਾਂ ਉਹਦੀ ਦੇਣਦਾਰੀ ਬਣਦੀ ਆ। ਤਾਂ ਇਹ ਸਾਰੀਆਂ ਚੀਜ਼ਾਂ ਉਹਦੇ ਉੱਤੇ ਮੈਂਸ਼ਨ ਕੀਤੀਆਂ ਜਾਂਦੀਆਂ। ਅਸੀਂ ਬੈਂਕ ਦੇ ਵਿੱਚ ਵੀ ਜਾਂਦੇ ਹਾਂ, ਤੁਸੀਂ ਦੇਖਦੇ ਹੋ ਬੈਂਕ ਦੇ ਉੱਤੇ ਵੀ ਉਹਨਾਂ ਦੀ ਕਾਮਨ ਸੀਲ ਹੁੰਦੀ ਆ, ਵੀ ਜਦੋਂ ਵੀ ਉਹ ਕੁਛ ਵੀ ਕਰਦੇ ਆ ਤਾਂ ਉਹਦੇ ਸੀਲ ਲਗਾ ਕੇ ਤਾਂ ਪਰਸਨ ਸਾਈਨ ਕਰਦੇ ਆ। ਤਾਂ ਇਸ ਤਰੀਕੇ ਨਾਲ ਜਿਹੜੀ ਜੁਆਇੰਟ ਸਟਾਕ ਕੰਪਨੀ ਹੁੰਦੀ ਆ ਉਹਨਾਂ ਦੀ ਵੀ ਆਪਣੀ ਕਾਮਨ ਸੀਲ ਹੁੰਦੀ ਹੈ। ਨੈਕਸਟ ਹੈਗੀ ਆ ਰਿਸਕ ਆਰ ਸ਼ੇਅਰਡ ਜੁਆਇੰਟਲੀ, ਵੀ ਜਿਹੜੇ ਇਹਦੇ ਵਿੱਚ ਰਿਸਕ ਹੁੰਦੇ ਆ ਉਹ ਕੀ ਹੁੰਦੇ ਆ? ਸਾਰੇ ਆਪਸ ਦੇ ਵਿੱਚ ਮਿਲ ਕੇ ਸ਼ੇਅਰ ਕਰਦੇ ਆ, ਕਿਉਂਕਿ ਇਹਦੇ ਵਿੱਚ ਨੰਬਰ ਆਫ ਪਰਸਨਸ ਦਾ ਪੈਸਾ ਲੱਗਿਆ ਹੁੰਦਾ ਵਾ। ਇਕੱਲੇ ਪਰਸਨ ਜਾਂ ਇਕੱਲੇ ਓਨਰ ਦੇ ਪੈਸੇ ਨਹੀਂ ਹੁੰਦੇ, ਇਹਦੇ ਵਿੱਚ ਨੰਬਰ ਆਫ ਪਰਸਨਸ ਦੇ ਪੈਸਾ ਲਗਾਉਂਦੇ ਆ, ਤਾਂ ਸਾਰਿਆਂ ਦੇ ਵਿੱਚ ਜਿਹੜਾ ਰਿਸਕ ਹੁੰਦਾ ਉਹ ਵੰਡਿਆ ਜਾਂਦਾ, ਅਤੇ ਉਸ ਅਕੋਰਡਿੰਗ ਇਹ ਜਿਹੜਾ ਬਿਜ਼ਨਸ ਦਾ ਰਿਸਕ ਹੁੰਦਾ ਵਾ ਉਹ ਇੱਕ ਦੇ ਉੱਤੇ ਬਟਨ ਨਾ ਪੈ ਕੇ ਸਭ ਦੇ ਉੱਤੇ ਟ੍ਰਾਂਸਫਰ ਹੋ ਜਾਂਦਾ ਵਾ। ਨੈਕਸਟ ਹੈ ਸਾਡੇ ਕੋਲ ਮੈਰਿਟਸ, ਇਹਦੇ ਫਾਇਦੇ ਕੀ ਨੇ? ਵੀ ਜੇਕਰ ਅਸੀਂ ਜੁਆਇੰਟ ਸਟਾਕ ਕੰਪਨੀ ਓਪਨ ਕਰਦੇ ਹਾਂ ਸਾਨੂੰ ਫਾਇਦੇ ਕੀ ਨੇ? ਪਹਿਲਾ ਹੈਗਾ ਵਾਸਟ ਫਾਈਨੈਂਸ਼ੀਅਲ ਰਿਸੋਰਸ, ਜੇਕਰ ਤੁਸੀਂ ਜੁਆਇੰਟ ਸਟਾਕ ਕੰਪਨੀ ਇਸ਼ੂ ਕਰਦੇ ਹੋ ਤਾਂ ਤੁਹਾਡੇ ਕੋਲ ਇੱਕ ਬੈਨੀਫਿਟ ਮਿਲ ਜਾਂਦਾ ਵੀ ਤੁਸੀਂ ਸ਼ੇਅਰ ਇਸ਼ੂ ਕਰ ਸਕਦੇ ਹੋ। ਸ਼ੇਅਰ ਦਾ ਮਤਲਬ ਕੀ? ਵੀ ਤੁਹਾਨੂੰ ਇੱਕ ਰਜਿਸਟਰ ਕਰਾਉਣਾ ਪੈਂਦਾ ਵਾ, ਇੱਕ ਆਰਗੇਨਾਈਜੇਸ਼ਨ ਬਣਾਈ ਗਈ ਆ ਸੇਬੀ, ਸ਼ਾਇਦ ਤੁਸੀਂ ਨਾਮ ਵੀ ਸੁਣਿਆ ਹੋਵੇ, ਸਿਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ, ਇੱਕ ਆਟੋਨੋਮਸ ਬੋਡੀ ਆ, ਵੀ ਜਾਣੀ ਕਿ ਗਵਰਨਮੈਂਟ ਦੇ ਅੰਡਰ ਕਿਸੇ ਦੇ ਨਹੀਂ ਆਪਣੇ ਅਕੋਰਡਿੰਗ ਵਰਕ ਕਰਦੀ ਆ, ਤਾਂ ਇਹਨਾਂ ਦੇ ਅੰਡਰ ਰਜਿਸਟਰ ਕਰਾਉਣਾ ਪੈਂਦਾ। ਜੇਕਰ ਤੁਸੀਂ ਇਹਦੇ ਵਿੱਚ ਜੁਆਇੰਟ ਸਟਾਕ ਕੰਪਨੀ ਨੂੰ ਰਜਿਸਟਰ ਕਰਾ ਸਕਦੇ ਹੋ ਤਾਂ ਤੁਸੀਂ ਆਪਣੇ ਸ਼ੇਅਰ ਜਿਹੜਾ ਵਾ ਉਹ ਮਾਰਕੀਟ ਦੇ ਵਿੱਚ, ਯਾਨੀ ਕਿ ਸ਼ੇਅਰ ਮਾਰਕੀਟ ਦੇ ਵਿੱਚ ਤੁਸੀਂ ਪੈਸਾ ਲੈ ਸਕਦੇ ਹੋ ਆਪਣੇ ਸ਼ੇਅਰ ਨੂੰ ਵੇਚ ਕੇ, ਤਾਂ ਇਸ ਤਰੀਕੇ ਨਾਲ ਤੁਸੀਂ ਪੈਸੇ ਵੀ ਰਾਈਜ਼ ਕਰ ਸਕਦੇ ਹੋ। ਲਿਮਿਟਡ ਲਾਇਬਿਲਿਟੀ, ਹੁਣ ਲਿਮਿਟਡ ਲਾਇਬਿਲਿਟੀ ਤੁਹਾਨੂੰ ਦੱਸਿਆ ਵੀ ਜਿਹੜਾ ਜਿੰਨੀ ਮਨੀ ਲਗਾਏਗਾ ਬੈਂਕ ਬਿਜ਼ਨਸ ਦੇ ਵਿੱਚ ਉਹ ਉਨੇ ਦਾ ਹੀ ਦੇਣਦਾਰ ਬਣੇਗਾ, ਉਦੋਂ ਵੱਧ ਦਾ ਦੇਣਦਾਰ ਨਹੀਂ ਬਣੇਗਾ। ਅਤੇ ਜਦੋਂ ਤੱਕ ਜਿੰਨੇ ਪੈਸੇ ਉਹ ਲਾਏਗਾ, ਜੇਕਰ ਕੱਲ੍ਹ ਨੂੰ ਲਾਸ ਹੋ ਗਿਆ ਤਾਂ ਉਨੇ ਕੇ ਹੀ ਪੈਸੇ ਉਹ ਵਾਪਸ ਕਰੇਗਾ ਐਜ਼ ਏ ਕ੍ਰੈਡੀਟਰ ਦੇ। ਨੈਕਸਟ ਹੈਗਾ ਵਾ ਪ੍ਰੋਸਪੈਕਚੁਅਲ ਐਗਜ਼ਿਸਟੈਂਸ, ਵੀ ਇਹਦੀ ਜਿਹੜੀ ਐਗਜ਼ਿਸਟੈਂਸ ਹੁੰਦੀ ਆ ਉਹ ਸੈਪਰੇਟ ਲੀਗਲ ਆਈਡੈਂਟੀਟੀ ਕਹਿ ਸਕਦੇ ਹੋ, ਵੀ ਦੋ ਜਣੇ ਅਲੱਗ-ਅਲੱਗ ਬਣ ਜਾਂਦੇ ਆ। ਓਨਰ ਅਤੇ ਕੰਪਨੀ ਜਿਹੜੀਆਂ ਹੁੰਦੀਆਂ ਨੇ ਉਹ ਟੂ ਡਿਫਰੈਂਟ ਪਰਸਨ ਬਣ ਜਾਂਦੀਆਂ ਨੇ। ਟੂ ਡਿਫਰੈਂਟ ਪਰਸਨਸ ਕਿਵੇਂ ਬਣ ਜਾਂਦੀਆਂ ਨੇ? ਟੂ ਡਿਫਰੈਂਟ ਪਰਸਨਸ ਬਣ ਜਾਂਦੀਆਂ ਨੇ ਕਿਉਂਕਿ ਇਹਨਾਂ ਦੇ ਵਿੱਚ ਜਿਹੜੀ ਕੰਪਨੀ ਹੁੰਦੀ ਹੈ, ਕੰਪਨੀ ਦਾ ਅਲੱਗ ਤੋਂ ਨਾਮ ਹੋ ਜਾਂਦਾ, ਅਤੇ ਓਨਰ ਦਾ ਜਿਹੜਾ ਅਲੱਗ ਤੋਂ ਨਾਮ ਹੋ ਜਾਂਦਾ, ਅਤੇ ਜਿਹੜਾ ਵੀ ਬਿਜ਼ਨਸ ਦੇ ਵਿੱਚ ਪੈਸਾ ਲੱਗਦਾ ਵਾ ਉਹ ਕੰਪਨੀ ਦੇ ਨਾਮ ਦੇ ਉੱਤੇ ਲੱਗਦਾ, ਨਾ ਕਿ ਓਨਰ ਦੇ ਨਾਮ ਦੇ ਉੱਤੇ ਲੱਗਦਾ ਵਾ। ਨੈਕਸਟ ਹੈਗਾ ਵਾ ਪ੍ਰੋਫੈਸ਼ਨਲ ਮੈਨੇਜਮੈਂਟ, ਇਹਦੇ ਵਿੱਚ ਮੈਨੇਜਮੈਂਟ ਕਰਨ ਦੇ ਲਈ ਪ੍ਰੋਫੈਸ਼ਨਲ ਬੰਦੇ ਰੱਖੇ ਜਾਂਦੇ, ਜਿਹਨੂੰ ਬੋਰਡ ਆਫ ਡਾਇਰੈਕਟਰ ਕਿਹਾ ਜਾਂਦਾ ਵਾ, ਜਾਂ ਤੁਸੀਂ ਕਹਿ ਦਿਓ ਸ਼ੇਅਰ ਹੋਲਡਰਸ ਹੁੰਦੇ ਆ ਅਤੇ ਓਨਰਸ ਇਹਨਾਂ ਵਿੱਚ ਹੁੰਦੇ ਆ, ਜਿਹੜੇ ਕਿ ਮੈਨੇਜਮੈਂਟ ਨੂੰ ਪ੍ਰੋਪਰ ਕਰਦੇ ਆ, ਅਤੇ ਉਹਨਾਂ ਦਾ ਸਾਰਾ ਕੰਮ ਹੁੰਦਾ ਵੀ ਥੱਲੇ ਤੱਕ ਦਾ ਵਰਕ ਉਹਨਾਂ ਨੇ ਦੇਖਣਾ ਵਾ। ਡਿਫਲਿਊਸ਼ਨਸ ਰਿਸਕ, ਜੀ ਜਿਹੜਾ ਇਹਦੇ ਵਿੱਚ ਰਿਸਕ ਹੁੰਦਾ ਵਾ ਉਹ ਕੀ ਹੁੰਦਾ? ਡਿਵਾਈਡ ਹੋ ਜਾਂਦਾ ਵਾ ਨੰਬਰ ਆਫ ਪਾਰਟੀਜ਼ ਦੇ ਵਿੱਚ, ਵੀ ਜਿੰਨੀਆਂ ਪਾਰਟੀਜ਼ ਇਹਦੇ ਵਿੱਚ ਇਨਵੋਲਵ ਹੋਣਗੀਆਂ ਉਹ ਸਾਰੇ ਹੀ ਰਿਸਕ ਨੂੰ ਬੀਅਰ ਕਰਨਗੀਆਂ, ਕਿਉਂਕਿ ਉਹਨਾਂ ਨੇ ਵੀ ਪੈਸਾ ਲਗਾਇਆ ਵਾ, ਤਾਂ ਇਹ ਰਿਸਕ ਜਿਹੜਾ ਉਹ ਇਕੱਲੇ ਪਰਸਨ ਦੇ ਉੱਤੇ ਨਹੀਂ ਰਹਿੰਦਾ। ਸਕੋਪ ਆਫ ਐਕਸਪੈਂਸ਼ਨ, ਇਹਦੇ ਵਿੱਚ ਸਭ ਤੋਂ ਵੱਡੀ ਸਕੋਪ ਆ ਵੀ ਆਪਣੇ ਆਪ ਨੂੰ ਕੀ ਆ ਡਿਵਰਸੀਫਾਈ ਕਰਨਾ। ਡਿਵਰਸੀਫਾਈ ਦਾ ਮਤਲਬ ਵੀ ਆਪਣੇ ਆਪ ਨੂੰ ਬਿਜ਼ਨਸ ਨੂੰ ਵਧਾਉਣਾ, ਜਾਂ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰਨਾ। ਇਹਦੇ ਵਿੱਚ ਸਭ ਤੋਂ ਵੱਡੀ ਓਪਰਚੁਨਿਟੀ ਇਹਨਾਂ ਦੇ ਵਿੱਚ ਮਿਲਦੀ ਹੈ, ਕਿਉਂਕਿ ਇਹਦੇ ਵਿੱਚ ਫਾਈਨੈਂਸ ਦੀ ਪ੍ਰੋਬਲਮ ਅਤੇ ਸਾਡੀਆਂ ਲਾਇਬਿਲਿਟੀਜ਼ ਦੀਆਂ ਪ੍ਰੋਬਲਮ ਸਾਰੀਆਂ ਸੌਰਟ ਆਊਟ ਹੋ ਜਾਂਦੀਆਂ ਨੇ। ਲਾਸਟ ਹੈਗਾ ਵਾ ਪਬਲਿਕ ਕੌਨਫੀਡੈਂਸ, ਵੀ ਜਿਹੜੇ ਜੁਆਇੰਟ ਸਟਾਕ ਕੰਪਨੀਜ਼ ਹੁੰਦੀਆਂ ਨੇ ਇਹਨਾਂ ਉੱਤੇ ਜਿਹੜਾ ਪਬਲਿਕ ਦਾ ਟਰਸਟ ਹੁੰਦਾ, ਤੁਸੀਂ ਕਹਿ ਸਕਦੇ ਹੋ ਵਿਸ਼ਵਾਸ ਹੁੰਦਾ, ਉਹ ਬਣਿਆ ਰਹਿੰਦਾ ਵਾ, ਕਿਉਂਕਿ ਇਹਨਾਂ ਦੇ ਵਿੱਚ ਇੱਦਾਂ ਹੁੰਦਾ ਵੀ ਜੇਕਰ ਕੰਪਨੀ ਡੁੱਬਦੀ ਆ ਤਾਂ ਇਹਦੇ ਵਿੱਚ ਜਿਹੜੇ ਪਬਲਿਕ ਹੁੰਦੀ ਆ ਉਹਨਾਂ ਦੇ ਜਿਹੜਾ ਪੈਸਾ ਲੱਗਿਆ ਹੁੰਦਾ ਉਹ ਡੁੱਬਣ ਦੇ ਚਾਂਸਿਸ ਬਹੁਤ ਘੱਟ ਹੁੰਦੇ ਆ, ਅਤੇ ਇਹਦੇ ਵਿੱਚ ਰਿਕਵਰੀ ਵੀ ਬਹੁਤ ਜਲਦੀ ਹੋ ਸਕਦੀ ਹੁੰਦੀ ਹੈ, ਕਿਉਂਕਿ ਇਹ ਲੀਗਲ ਹੁੰਦੀ ਆ, ਅਤੇ ਗੌਰਮੈਂਟਸ ਇਹਦੇ ਉੱਤੇ ਪੂਰੀ ਜਾਂ ਤੁਸੀਂ ਕਹਿ ਦਿਓ ਵਾਚ ਡੌਗ ਦੀ ਤਰੀਕੇ ਨਾਲ ਵਰਕ ਕਰਦੀ ਹੈ, ਅਤੇ ਇਹਦੇ ਉੱਤੇ ਪ੍ਰੋਪਰ ਮੇਨਟੇਨੈਂਸ ਰੱਖੀ ਜਾਂਦੀ ਹੈ। ਨੈਕਸਟ ਹੈਗਾ ਡੀਮੈਰਿਟਸ, ਕੁਛ ਜਦੋਂ ਇਹ ਜੁਆਇੰਟ ਸਟਾਕ ਕੰਪਨੀਆਂ ਬਣਾਈਆਂ ਜਾਂਦੀਆਂ ਅਤੇ ਇਹਦੇ ਉੱਤੇ ਸਾਨੂੰ ਕੁਛ ਕੁ ਨੁਕਸਾਨ ਵੀ ਹੋ ਜਾਂਦੇ ਆ, ਤਾਂ ਉਹ ਕਿਹੜੇ ਨੇ? ਪਹਿਲਾ ਹੈਗਾ ਫਾਰਮੇਸ਼ਨ ਆਫ ਦੀ ਕੰਪਨੀਜ਼ ਇਨ ਅ ਲੌਂਗ ਡਰਾਨ ਪ੍ਰੋਸੀਜਰ, ਵੀ ਜਿਹੜਾ ਇਸ ਕੰਪਨੀ ਨੂੰ ਰਜਿਸਟਰ ਕਰਾਉਣਾ ਜਾਂ ਇਸ ਕੰਪਨੀ ਨੂੰ ਬਣਾਉਣਾ, ਇਹਦਾ ਇੱਕ ਲੰਬਾ ਪ੍ਰੋਸੈਸ ਲੱਗ ਜਾਂਦਾ, ਕਾਫੀ ਟਾਈਮ ਲੱਗ ਜਾਂਦਾ ਵਾ, ਅਤੇ ਇਹ ਪ੍ਰੋਸੈਸ ਨੂੰ ਫੋਲੋ ਕਰਦੇ ਸਾਡੀ ਜਿਹੜੀ ਕੰਪਨੀ ਨੂੰ ਰਜਿਸਟਰ ਕਰਾਉਣ ਦੇ ਵਿੱਚ ਕਾਫੀ ਟਾਈਮ ਕੰਜ਼ਿਊਮ ਹੋ ਜਾਂਦਾ ਵਾ, ਕਾਫੀ ਰਿਸਕ ਵੀ ਇਨਵੋਲਵ ਹੁੰਦਾ ਅਤੇ ਕਾਫੀ ਖਰਚਾ ਵੀ ਪੈ ਜਾਂਦਾ ਵਾ। ਨੈਕਸਟ ਹੈਗਾ ਵਾ ਹਾਈ ਡਿਗਰੀ ਆਫ ਟੂ ਦੀ ਗਵਰਨਮੈਂਟ ਇੰਟਰਫੇਰੈਂਸ। ਹੁਣ ਇਹੋ ਜਿਹੀਆਂ ਕੰਪਨੀਆਂ ਜਿਹੜੀਆਂ ਹੁੰਦੀਆਂ ਨੇ ਇਹਦੇ ਵਿੱਚ ਗਵਰਨਮੈਂਟ ਦੀ ਇੰਟਰਫੇਰੈਂਸ ਜ਼ਿਆਦਾ ਹੁੰਦੀ ਹੈ। ਕਿਉਂ ਹੁੰਦੀ ਆ? ਕਿਉਂਕਿ ਗਵਰਨਮੈਂਟਸ ਦਾ ਇਹਨਾਂ ਦੇ ਉੱਤੇ ਪੂਰਾ ਕੰਟਰੋਲ ਹੁੰਦਾ, ਅਤੇ ਗਵਰਨਮੈਂਟ ਨੇ ਇਹਨਾਂ ਉੱਤੇ ਰੂਲ ਰੈਗੂਲੇਸ਼ਨ ਲਗਾਉਣੇ ਹੁੰਦੇ ਆ, ਟੈਕਸਿਸ ਲਗਾਉਣੇ, ਜਾਂ ਇਹਨਾਂ ਨੂੰ ਪ੍ਰੋਪਰ ਵਾਚ ਡੌਗ ਕਰਨਾ, ਤਾਂ ਇਹਨਾਂ ਦੇ ਪ੍ਰੋਪਰ ਸਾਰੀ ਵਰਕਿੰਗ ਦੇਖਣਾ, ਤਾਂ ਇਹਦੇ ਵਿੱਚ ਗਵਰਨਮੈਂਟ ਦੀ ਇੰਟਰਫੇਰੈਂਸ ਜ਼ਿਆਦਾ ਹੁੰਦੀ ਹੈ, ਤਾਂ ਕਰਕੇ ਇਹ ਕੰਪਨੀਆਂ ਆਪਣੇ ਅਕੋਰਡਿੰਗ ਫਰੀਲੀ ਵਰਕ ਨਹੀਂ ਕਰ ਪਾਉਂਦੀਆਂ ਹੈਗੀਆਂ।
ਥਰਡ ਹੈਗਾ ਵਾ ਇਨਕੋਆਰਡੀਨੇਟ ਡਿਲੇ ਆਫ ਟੂ ਦ ਡਿਸੀਜਨ ਮੇਕਿੰਗ, ਕਿਉਂਕਿ ਹੁਣ ਇਹਦੇ ਵਿੱਚ ਨੰਬਰ ਆਫ ਪਰਸਨਸ ਹੁੰਦੇ ਆ, ਬੋਰਡ ਆਫ ਡਾਇਰੈਕਟਰਸ ਹੁੰਦੇ ਆ, ਬੋਰਡ ਆਫ ਡਾਇਰੈਕਟਰ ਦੇ ਵਿੱਚ ਵੀ ਨੰਬਰ ਆਫ ਪਰਸਨਸ ਹੁੰਦੇ ਆ, ਫਿਰ ਸ਼ੇਅਰ ਹੋਲਡਰ ਨੰਬਰਸ ਆਫ ਹੁੰਦੇ ਆ, ਦੈਨ ਜਿਹੜੇ ਓਨਰਸ ਹੁੰਦੇ ਆ ਉਹ ਵੀ ਜ਼ਿਆਦਾ ਹੁੰਦੇ ਆ, ਤਾਂ ਕਰਕੇ ਇਹਦੇ ਵਿੱਚ ਜਿਹੜਾ ਡਿਸੀਜਨ ਲੈਣਾ ਹੁੰਦਾ, ਕਿਉਂਕਿ ਇੱਕ ਦੂਸਰੇ ਨਾਲ ਕਨਵੇ ਕਰਨ ਤੋਂ ਬਿਨਾਂ ਹੀ ਅਸੀਂ ਕੋਈ ਵੀ ਇਹ ਡਿਸੀਜਨ ਨਹੀਂ ਲੈ ਸਕਦੇ, ਤਾਂ ਇਹਦੇ ਵਿੱਚ ਡਿਸੀਜਨ ਲੈਣ ਦੇ ਵਿੱਚ ਕਾਫੀ ਟਾਈਮ ਵੇਸਟ ਹੋ ਜਾਂਦਾ ਵਾ। ਅੱਗੇ ਹੈਗਾ ਓਲੋਗ੍ਰੇਸੀਜ਼ ਇਨ ਦੀ ਮੈਨੇਜਮੈਂਟ। ਹੁਣ ਜਿਹੜੀ ਮੈਨੇਜਮੈਂਟ ਹੁੰਦੀ ਆ ਉਹਨੂੰ ਮੈਨੇਜ ਕਰਨ ਦੇ ਲਈ ਸਿਰਫ ਫਿਊ ਪਰਸਨਸ ਰੱਖੇ ਜਾਂਦੇ ਆ, ਅਤੇ ਫਿਊ ਪਰਸਨ ਹੀ ਉਹਨਾਂ ਨੂੰ ਦੇਖਦੇ ਆ। ਜਿਹੜੇ ਹੋਰ ਇਹਨਾਂ ਦੇ ਵਿੱਚ ਓਨਰਸ ਹੁੰਦੇ ਆ ਉਹ ਇਹਨਾਂ ਚੀਜ਼ਾਂ ਵਿੱਚ ਇਨਵੋਲਵਮੈਂਟ ਨਹੀਂ ਦਿਖਾਉਂਦੇ ਹੈਗੇ, ਅਤੇ ਨਾ ਹੀ ਉਹਨਾਂ ਨੂੰ ਇਨਵੋਲਵ ਕੀਤਾ ਜਾਂਦਾ। ਤਾਂ ਇਹ ਸਭ ਤੋਂ ਵੱਡਾ ਡਿਸਐਡਵਾਂਟੇਜ ਆ ਉਹਨਾਂ ਦੇ ਲਈ, ਕਿਉਂਕਿ ਉਹ ਸਿਰਫ ਪੈਸਾ ਲਗਾਉਂਦੇ ਆ ਅਤੇ ਮੈਨੇਜਮੈਂਟ ਦੇ ਵਿੱਚ ਉਹਨਾਂ ਦਾ ਕੋਈ ਰੋਲ ਨਹੀਂ ਰਹਿੰਦਾ। ਲੈਕ ਆਫ ਇਨੀਸ਼ੀਏਟਿਵਸ, ਵੀ ਇਹਦੇ ਵਿੱਚ ਸਾਨੂੰ ਕੋਈ ਇਨੀਸ਼ੀਏਟਿਵ ਜਾਂ ਤੁਸੀਂ ਕਹਿ ਦਿਓ ਵੀ ਕੁਛ ਜ਼ਿਆਦਾ ਬੈਨੀਫਿਟਸ ਨਹੀਂ ਮਿਲਦਾ ਹੈਗਾ ਜੇਕਰ ਅਸੀਂ ਪ੍ਰੋਪਰ ਜਾਂ ਵਧੀਆ ਵਰਕ ਕਰਦੇ ਹਾਂ, ਤਾਂ ਇਹਦੇ ਵਿੱਚ ਜਿਹੜਾ ਵੀ ਪ੍ਰੋਫਿਟ ਹੋਏਗਾ ਉਹ ਸਾਰਿਆਂ ਵਿੱਚ ਡਿਸਟਰੀਬਿਊਟ ਹੋ ਜਾਂਦਾ, ਚਾਹੇ ਵਰਕ ਇੱਕ ਜਣਾ ਕਰੇ ਪਰ ਉਹਦਾ ਬੈਨੀਫਿਟ ਸਭ ਨੂੰ ਮਿਲੇਗਾ। ਤਾਂ ਇਹ ਸਭ ਤੋਂ ਵੱਡੀ ਪ੍ਰੋਬਲਮ ਕ੍ਰੀਏਟ ਕਰਦਾ ਵਾ। ਨੈਕਸਟ ਹੈਗਾ ਲੈਕ ਆਫ ਰਿਸਪੋਂਸੀਬਿਲਿਟੀ ਐਂਡ ਕਮਿਟਮੈਂਟ। ਇਹਦੇ ਵਿੱਚ ਹੁਣ ਜਿਹੜੀ ਵਰਕਿੰਗ ਹੁੰਦੀ ਆ ਉਹ ਕੀ ਹੁੰਦੀ ਆ ਵਾ, ਮਿਡਲ ਲੈਵਲਸ ਜਾਂ ਟਾਪ ਲੈਵਲ ਦੇ ਉੱਤੇ ਵਰਕ ਲੋਡ ਜ਼ਿਆਦਾ ਹੁੰਦਾ। ਨੰਬਰ ਆਫ ਪਰਸਨਸ ਦੇ ਵਿੱਚ ਜਿਹੜੀਆਂ ਰਿਸਪੋਂਸੀਬਿਲਿਟੀ ਹੁੰਦੀਆਂ ਉਹ ਵੰਡੀਆਂ ਜਾਂਦੀਆਂ ਨੇ, ਪਰ ਕੁਛ ਕੁ ਜਿਹੜੀਆਂ ਰਿਸਪੋਂਸੀਬਿਲਿਟੀਆਂ ਸਿਰਫ ਉਹਨਾਂ ਨੂੰ ਹੀ ਮਿਲਦੀਆਂ ਨੇ ਜਿਹਦੇ ਨਾਲ ਜ਼ਿਆਦਾ ਪੈਸਾ ਲੱਗਿਆ ਹੁੰਦਾ ਜਾਂ ਸ਼ੇਅਰ ਹੁੰਦਾ ਵਾ ਜਾਂ ਜ਼ਿਆਦਾ ਇਨਵੋਲਵਮੈਂਟ ਦਿਖਾਉਂਦੇ ਹੁੰਦੇ ਆ, ਅਤੇ ਬਾਕੀ ਜਿਹੜੇ ਪਰਸਨ ਹੁੰਦੇ ਆ ਉਹਨਾਂ ਨੂੰ ਇਹਦੇ ਵਿੱਚ ਇਨਵੋਲਵ ਨਹੀਂ ਕੀਤਾ ਜਾਂਦਾ, ਬਟ ਫਿਰ ਵੀ ਉਹਨਾਂ ਨੂੰ ਕੀ ਆ ਪੈਸੇ ਜਿਹੜੇ ਨੇ ਉਹ ਪ੍ਰੋਪਰ ਮਿਲ ਜਾਂਦੇ ਆ। ਜ਼ਿਆਦਾਤਰ ਇਹ ਪਰਸਨਸ ਜਿਨ੍ਹਾਂ ਕੋਲ ਜ਼ਿਆਦਾ ਪੈਸਾ ਲਗਾਇਆ ਹੁੰਦਾ ਉਹ ਅਥੋਰਿਟੀਜ਼ ਲੈਂਦੇ, ਰਿਸਪੋਂਸੀਬਿਲਿਟੀ ਉਹ ਗੇਨ ਨਹੀਂ ਕਰਦੇ, ਤਾਂ ਇਹ ਸਭ ਤੋਂ ਵੱਡੀ ਪ੍ਰੋਬਲਮ ਕ੍ਰੀਏਟ ਕਰਦੀ ਹੈ। ਅਤੇ ਡਿਸਪਿਊਟ ਹੋਣ ਦੇ ਜਿਹੜੇ ਰੀਜ਼ਨਸ ਨੇ ਉਹ ਇਹਨਾਂ ਕਰਕੇ ਰਾਈਜ਼ ਹੁੰਦੇ ਆ। ਨੈਕਸਟ ਹੈਗਾ ਕਨਫਲਿਕਟਿੰਗ ਇੰਟਰਸਟਸ, ਵੀ ਜਿਹੜਾ ਇਹਨਾਂ ਦਾ ਇੰਟਰਸਟ ਹੁੰਦਾ ਉਹ ਸਿਰਫ ਇਸ ਚੀਜ਼ ਲਈ ਹੁੰਦਾ ਵੀ ਅਸੀਂ ਪ੍ਰੋਫਿਟ ਅਰਨ ਕਰਨਾ ਵਾ, ਪਰ ਜੇਕਰ ਬਿਜ਼ਨਸ ਦੇ ਵਿੱਚ ਪ੍ਰੋਪਰ ਮੈਨੇਜਮੈਂਟ ਨਾ ਕੀਤੀ ਜਾਵੇ ਤਾਂ ਇਹਨਾਂ ਨੂੰ ਲੋਸ ਦਾ ਸਾਹਮਣਾ ਕਰਨਾ ਪੈਂਦਾ, ਅਤੇ ਲੋਸ ਨੂੰ ਬੀਅਰ ਕਰਨਾ ਵੀ ਉਹਨਾਂ ਦੇ ਉੱਤੇ ਹੀ ਹੁੰਦਾ ਵਾ। ਤਾਂ ਕਰਕੇ ਇਹਨਾਂ ਦਾ ਪ੍ਰੋਪਰ ਇਹਨਾਂ ਦੇ ਉੱਤੇ ਇੰਟਰਸਟ ਨਹੀਂ ਬਣ ਪਾਉਂਦਾ ਵੀ ਅਸੀਂ ਜੁਆਇੰਟ ਸਟਾਕ ਕੰਪਨੀ ਦੇ ਵਿੱਚ ਪੈਸਾ ਲਗਾਈਏ। ਨੈਕਸਟ ਹੈਗਾ ਵਾ ਲੋਬਲਿੰਗ ਵਿਦ ਦੀ ਗੌਰਮੈਂਟ ਡਿਪਾਰਟਮੈਂਟਸ। ਹੁਣ ਇਹ ਜਿਹੜੀਆਂ ਗੌਰਮੈਂਟ ਡਿਪਾਰਟਮੈਂਟਸ ਹੁੰਦੇ ਆ ਉਹ ਇਹਨਾਂ ਉੱਤੇ ਪੂਰੀ ਨਜ਼ਰ ਰੱਖਦੇ ਆ, ਅਤੇ ਇਹਨਾਂ ਦੇ ਉੱਤੇ ਹੀ ਸਾਰਾ ਜਿਹੜਾ ਵਰਕਲੋਡ ਹੁੰਦਾ ਵਾ ਉਹ ਗੌਰਮੈਂਟ ਡਿਪਾਰਟਮੈਂਟਸ ਆਪਣੇ ਕੋਲ ਰੱਖਦਾ ਵਾ, ਅਤੇ ਉਹ ਪ੍ਰੋਪਰ ਚੈਕਿੰਗ ਕਰਦਾ ਰਹਿੰਦਾ ਵਾ। ਤਾਂ ਇਹਨਾਂ ਦੀ ਇਨਵੋਲਵਮੈਂਟਸ ਦੇ ਕਰਕੇ ਅਤੇ ਉਹ ਫਰੀਲੀ ਵਰਕ ਨਹੀਂ ਕਰ ਪਾਉਂਦੇ ਹੈਗੇ, ਅਤੇ ਮਾਰਕੀਟਸ ਵਿੱਚ ਐਗਜ਼ਿਸਟੈਂਸ ਕਰਨਾ ਉਹਨਾਂ ਲਈ ਬਹੁਤ ਵੱਡੀ ਟਾਸਕ ਬਣ ਜਾਂਦੀ ਆ। ਲਾਸਟ ਵਨ ਹੈਗਾ ਹਾਈ ਟੈਕਸ, ਵੀ ਜਿਹੜਾ ਸਭ ਤੋਂ ਜ਼ਿਆਦਾ ਟੈਕਸ ਰੇਟ ਇਨਵੋਲਵ ਕੀਤਾ ਜਾਂਦਾ ਉਹ ਇਹਨਾਂ ਦੇ ਉੱਤੇ ਲਗਾਇਆ ਜਾਂਦਾ ਵਾ। ਇਹਨਾਂ 'ਤੇ 25% ਅੱਜ ਦਾ ਰੇਟ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਕੋਆਪਰੇਟਿਵ ਦਾ ਰੇਟ, ਕੋਆਪਰੇਟਿਵ ਟੈਕਸ ਕਿਹਾ ਜਾਂਦਾ ਵਾ। ਇਹਨਾਂ ਉੱਤੇ ਲੇਵੀ ਕੀਤਾ ਜਾਂਦਾ ਵਾ ਇਹਨਾਂ ਦੀ ਇਨਕਮ ਦੇ ਅਕੋਰਡਿੰਗ। ਤਾਂ ਇਹਦਾ ਸਭ ਤੋਂ ਜ਼ਿਆਦਾ ਟੈਕਸ ਬਰਡਨ ਜਿਹੜਾ ਵਾ ਜੁਆਇੰਟ ਸਟਾਕ ਕੰਪਨੀ ਦੇ ਉੱਤੇ ਆਉਂਦਾ, ਤਾਂ ਕਰਕੇ ਜ਼ਿਆਦਾ ਕੰਪਨੀਜ਼ ਓਪਨ ਨਹੀਂ ਕੀਤੀਆਂ ਜਾਂਦੀਆਂ ਇਹ। ਨੈਕਸਟ ਹੈਗਾ ਵਾ ਟਾਈਪ ਆਫ ਜੁਆਇੰਟ ਸਟਾਕ ਕੰਪਨੀ। ਜੁਆਇੰਟ ਸਟਾਕ ਕੰਪਨੀ ਕਿਸ ਤਰੀਕੇ ਦੀਆਂ ਹੁੰਦੇ ਨੇ? ਪਹਿਲੀ ਹੈਗੀ ਜੁਆਇੰਟ ਸਟਾਕ ਕੰਪਨੀ ਔਨ ਦੀ ਬੇਸਿਸ ਆਫ ਨੰਬਰ ਆਫ ਪਰਸਨਸ, ਵੀ ਇਹਦੇ ਵਿੱਚ ਜਿਹੜੇ ਨੰਬਰ ਆਫ ਪਰਸਨ ਹੁੰਦੇ ਆ ਉਹਦੇ ਅਕੋਰਡਿੰਗ ਜੁਆਇੰਟ ਸਟਾਕ ਕੰਪਨੀ ਬਣੀਆਂ ਜਾਂਦੀਆਂ ਨੇ। ਇੱਕ ਹੁੰਦੀ ਆ ਪ੍ਰਾਈਵੇਟ, ਇੱਕ ਹੁੰਦੀ ਆ ਪਬਲਿਕ। ਹੁਣ ਪ੍ਰਾਈਵੇਟ ਕਿਹੜੀ ਹੁੰਦੀ ਹੈ? ਪ੍ਰਾਈਵੇਟ ਦੇ ਵਿੱਚ ਅਸੀਂ 7 ਪਰਸਨਸ ਰੱਖ ਸਕਦੇ ਹਾਂ ਮਿਨੀਮਮ, ਅਤੇ ਵੱਧ ਤੋਂ ਵੱਧ ਇਹਨਾਂ ਦੀ ਲਿਮਿਟ ਹੁੰਦੀ ਆ। ਅਤੇ ਬਟ ਜਿਹੜਾ ਪਬਲਿਕ ਹੁੰਦਾ, ਪਬਲਿਕ ਦੇ ਵਿੱਚ ਕੀ ਹੁੰਦੇ ਆ, ਇਹਦੇ ਵਿੱਚ 50 ਰੱਖਣੇ ਹੁੰਦੇ ਆ, ਅਤੇ 7 ਮਿਨੀਮਮ ਹੁੰਦੇ ਆ ਅਤੇ 50 ਮੈਕਸੀਮਮ ਹੁੰਦੇ ਆ। ਤਾਂ ਇਸ ਅਕੋਰਡਿੰਗ ਇਹ ਵੰਡੀਆਂ ਜਾਂਦੀਆਂ ਨੇ। ਨੈਕਸਟ ਹੈਗਾ ਵਾ ਲਾਈਬਿਲਿਟੀ ਦੇ ਅਕੋਰਡਿੰਗ, ਲਾਈਬਿਲਿਟੀ ਅਤੇ ਦੇਣਦਾਰੀ ਦੇ ਅਕੋਰਡਿੰਗ। ਇਹਦੇ ਵਿੱਚ ਜਿਹੜੀਆਂ ਨੇ ਉਹ 3 ਪਾਰਟਸ ਦੇ ਵਿੱਚ ਵੰਡੀਆਂ ਗਈਆਂ ਨੇ। ਪਹਿਲਾ ਹੈਗਾ ਅਨਲਿਮਿਟਿਡ ਲਾਈਬਿਲਿਟੀਜ਼, ਵੀ ਜਿਹੜੀਆਂ ਕੰਪਨੀ ਇਹੋ ਜਿਹੀਆਂ ਓਪਨ ਹੁੰਦੀਆਂ ਨੇ ਉਹ ਪਹਿਲਾਂ ਹੀ ਕਹਿ ਕੇ ਆਉਂਦੀਆਂ ਨੇ ਵੀ ਜਿਹੜੇ ਵੀ ਪਰਸਨ ਸਾਡੇ ਵਿੱਚ ਪੈਸਾ ਲਗਾਉਣਗੇ ਤਾਂ ਉਹਨਾਂ ਦੀ ਲਾਈਬਿਲਿਟੀ ਜਿਹੜੀ ਉਹ ਅਨਲਿਮਿਟਿਡ ਹੋਏਗੀ, ਅਤੇ ਉਹਨਾਂ ਵਿੱਚ ਰਿਸਕ ਜ਼ਿਆਦਾ ਇਨਵੋਲਵ ਹੁੰਦਾ। ਸੈਕਿੰਡ ਹੁੰਦਾ ਵਾ ਵੀ ਲਿਮਿਟਿਡ ਲਾਈਬਿਲਿਟੀ, ਇਹ ਕਹਿ ਕੇ ਆਉਂਦੀਆਂ ਨੇ ਵੀ ਭਾਈ ਅਸੀਂ ਕੀ ਆ ਵੀ ਜਿੰਨਾ ਤੁਸੀਂ ਪੈਸਾ ਲਗਾਓਗੇ ਉਨੇ ਕੁ ਹੀ ਤੁਹਾਨੂੰ ਜਿਹੜੀਆਂ ਲਾਈਬਿਲਿਟੀ ਨੇ ਜਾਂ ਤੁਹਾਡੇ ਪੈਸੇ ਦੇਣੇ ਪੈਣਗੇ ਜੇਕਰ ਤੁਹਾਨੂੰ ਲੋਸ ਹੋ ਜਾਂਦਾ। ਲਾਸਟ ਹੁੰਦਾ ਵਾ ਲਿਮਿਟਿਡ ਬਾਈ ਗਰੰਟੀ। ਇਹਦੇ ਵਿੱਚ ਗਰੰਟੀ ਦੇ ਕੇ ਆਉਂਦਾ ਵੀ ਅਸੀਂ ਸਿਰਫ ਇੰਨੇ ਕੇ ਪੈਸੇ ਦੇਵਾਂਗੇ, ਇਦੋਂ ਵੱਧ ਪੈਸੇ ਅਸੀਂ ਨਹੀਂ ਦੇਵਾਂਗੇ ਜੇਕਰ ਕੱਲ੍ਹ ਨੂੰ ਲੋਸ ਹੁੰਦਾ ਵਾ। ਤਾਂ ਇਹ 3 ਤਰ੍ਹਾਂ ਦੀਆਂ ਕੰਪਨੀਜ਼ ਓਪਨ ਹੁੰਦੀਆਂ ਨੇ ਔਨ ਦੀ ਬੇਸਿਸ ਆਫ ਲਾਈਬਿਲਿਟੀ। ਲਾਸਟ ਵਨ ਹੁੰਦੀ ਆ ਔਨ ਦੀ ਬੇਸਿਸ ਆਫ ਓਨਰਸ਼ਿਪ, ਵੀ ਜਿਹੜੀਆਂ ਮਲਕੀਅਤ ਦੇ ਅਕੋਰਡਿੰਗ ਇਹ 2 ਤਰ੍ਹਾਂ ਦੀਆਂ ਹੁੰਦੀਆਂ ਨੇ। ਗੌਰਮੈਂਟ ਕੰਪਨੀਜ਼ ਉਹ ਕੰਪਨੀਆਂ ਹੁੰਦੀਆਂ ਨੇ ਜਿਹੜੀਆਂ ਕਿ ਗੌਰਮੈਂਟ ਦੇ ਅੰਡਰ ਹੁੰਦੀਆਂ ਨੇ, ਸਟੇਟ ਗੌਰਮੈਂਟ ਜਾਂ ਸੈਂਟਰ ਗੌਰਮੈਂਟ। ਜ਼ਿਆਦਾਤਰ ਇਹ ਜਿਹੜੀਆਂ ਕੰਪਨੀਜ਼ ਹੁੰਦੀਆਂ ਨੇ ਇਹਦੇ ਡਿਪਾਰਟਮੈਂਟਲ ਟਾਈਪਸ ਹੁੰਦੀਆਂ ਨੇ। ਡਿਪਾਰਟਮੈਂਟਲ ਦਾ ਮਤਲਬ ਕੀ ਹੁੰਦਾ ਵੀ ਜਿਹੜਾ ਇਹਨਾਂ ਨੂੰ ਫਾਈਨੈਂਸ ਕਰੇਗਾ ਉਹ ਕੀ ਹੁੰਦੀ ਆ, ਗੌਰਮੈਂਟ ਕਰ ਦਿੰਦੀ ਆ, ਪਰ ਜਿਹੜਾ ਵਰਕਿੰਗ ਕਰਵਾਈ ਜਾਂਦੀ ਆ ਉਹ ਪ੍ਰਾਈਵੇਟ ਦੇ ਅਕੋਰਡਿੰਗ ਕੀਤੀ ਜਾਂਦੀ ਹੁੰਦੀ ਆ। ਨਾਨ ਗੌਰਮੈਂਟ ਵੀ ਉਹ ਕੰਪਨੀਜ਼ ਜਿਹੜੀਆਂ ਕਿ ਗੌਰਮੈਂਟ ਦੇ ਅੰਡਰ ਨਹੀਂ ਹੁੰਦੀਆਂ ਜਾਂ ਗੌਰਮੈਂਟ ਉਹਨਾਂ ਨੂੰ ਫਾਈਨੈਂਸ ਨਹੀਂ ਦਿੰਦਾ ਹੈਗਾ, ਇਹ ਸਾਰੀਆਂ ਕੀ ਹੁੰਦੀਆਂ ਨੇ ਪ੍ਰਾਈਵੇਟ ਕੰਪਨੀਆਂ ਔਰਗਨਾਈਜ਼ ਹੁੰਦੀਆਂ ਨੇ। ਨੈਕਸਟ ਹੈਗਾ ਉਹ ਫਾਰਮੇਸ਼ਨ ਆਫ ਟੂ ਦੀ ਜੁਆਇੰਟ ਸਟਾਕ ਕੰਪਨੀ। ਜੁਆਇੰਟ ਸਟਾਕ ਕੰਪਨੀ ਬਣਾਉਣ ਦੇ ਲਈ ਸਾਨੂੰ ਕਿਹੜੇ ਪ੍ਰੋਸੈਸ ਕਰਨੇ ਪੈਂਦੇ ਆ? ਪਹਿਲਾ ਹੈਗਾ ਪ੍ਰਮੋਸ਼ਨ, ਵੀ ਜੇਕਰ ਤੁਸੀਂ ਕੋਈ ਵੀ ਬਿਜ਼ਨਸ ਸਟਾਰਟ ਕਰਨਾ ਵਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਉਹਦੀ ਪ੍ਰਮੋਸ਼ਨ ਕਰਨੀ ਪਏਗੀ। ਹਾਲੇ ਅਸੀਂ ਬਿਜ਼ਨਸ ਸਟਾਰਟ ਨਹੀਂ ਕਰਦੇ, ਪਰ ਉਹਦੀ ਕੀ ਆ ਪ੍ਰਮੋਸ਼ਨ ਪਹਿਲਾਂ ਹੀ ਤੋਂ ਹੋਣ ਲੈ ਜਾਂਦੀ ਆ। ਜਿਵੇਂ ਕੀ ਆ ਵੀ ਜੇਕਰ ਅੱਜ ਅਸੀਂ ਇੱਥੇ ਕਿਤੇ ਵੀ ਲੋਕਲ ਏਰੀਆ ਦੇ ਵਿੱਚ ਮਾਲ ਖੋਲ੍ਹਣਾ ਹੋਵੇ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਕੀ ਹੁੰਦਾ ਵਾ ਲਿਖਿਆ ਜਾਂਦਾ ਕਮਿੰਗ ਸੂਨ, ਦਿਸ ਬ੍ਰਾਂਡ ਵਿਲ ਬੀ ਓਪਨ ਇਨ ਦਿਸ ਮਾਲ। So that's why that we promotion will be a most important things before starting their joint stock companies, because when you have been promoting yourself, so that's why you have been creating their demand on the particular area. So that's why the promotion will be required so much time and also consuming lots of money.
ਤਾਂ ਇਸ ਕਰਕੇ ਜਿਹੜੀ ਪ੍ਰਮੋਸ਼ਨ ਆ ਉਹ ਇੰਪੋਰਟੈਂਟ ਮੰਨੀ ਜਾਂਦੀ ਆ। ਨੈਕਸਟ ਸਟੈਪ ਕੀ ਹੁੰਦਾ, ਜੇਕਰ ਤੁਸੀਂ ਆਪਣੀ ਕੰਪਨੀ ਨੂੰ ਹੁਣ ਪ੍ਰਮੋਟ ਕਰ ਦਿੱਤਾ ਤਾਂ ਤੁਸੀਂ ਕੰਪਨੀ ਦੀ ਇੱਕ ਸਪੇਸ ਕ੍ਰੀਏਟ ਕਰੋਗੇ। ਹੁਣ ਉਹਨੂੰ ਕੀ ਆ, ਇਨਕੋਰਪੋਰੇਸ਼ਨ ਕਰਾਓਗੇ। ਇਨਕੋਰਪੋਰੇਸ਼ਨ ਦਾ ਮਤਲਬ ਕੀ ਆ ਵੀ ਜਾ ਕੇ ਹੁਣ ਤੁਸੀਂ ਰਜਿਸਟਰ ਕਰਾਓਗੇ, ਸ਼ੋਅ ਕਰੋਗੇ ਵੀ ਸਾਡਾ ਮੈਨੇਜਮੈਂਟ ਕਿੰਨੇ ਗਿਆ, ਕਿੰਨੇ ਪਰਸਨਸ ਇਨਵੋਲਵਸ ਨੇ, ਜਾਂ ਸਾਡੀ ਟਰਨਓਵਰ ਕਿੰਨੀ ਆ, ਅਤੇ ਅਸੀਂ ਕਿੰਨੇ ਅਤੇ ਸਾਡਾ ਮੇਰਾ ਹੈੱਡ ਆਫਿਸ ਕਿੱਥੇ ਆ, ਬ੍ਰਾਂਚ ਆਫਿਸ ਕਿੱਥੇ ਆ, ਉਹ ਸਾਰੀ ਇਨਕੋਰਪੋਰੇਸ਼ਨ ਹੁੰਦੀ ਆ ਰਜਿਸਟਰਾਰ ਦੇ ਆਫਿਸ ਦੇ ਵਿੱਚ। ਤਾਂ ਤੁਹਾਨੂੰ ਉੱਥੇ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਆ। ਉਸ ਤੋਂ ਬਾਅਦ ਤੁਸੀਂ ਕੀ ਆ, ਆਪਣੀ ਕੈਪੀਟਲ ਰਾਈਜ਼ ਕਰਦੇ ਹੋ। ਤੀਜਾ ਸਟੈਪ ਹੁੰਦਾ ਵੀ ਜਦੋਂ ਤੁਸੀਂ ਹੁਣ ਇਨਕੋਰਪੋਰੇਸ਼ਨ ਕਰਾਤੀ, ਹੁਣ ਤੁਸੀਂ ਵਰਕਿੰਗ ਕਰਨਾ ਸ਼ੁਰੂ ਕੀਤਾ, ਤਾਂ ਤੁਹਾਨੂੰ ਕੀ ਆ, ਹੁਣ ਤੁਸੀਂ ਪੈਸੇ ਜਾਂ ਕੈਪੀਟਲ ਲੈ ਕੇ ਆਉਣੀ ਪੈਣੀ ਆ। ਜਿੰਨਾ ਕੁ ਓਨਰ ਹੁੰਦਾ ਉਹ ਆਪਣਾ ਪੈਸਾ ਲਗਾ ਦਿੰਦਾ, ਜਿੰਨਾ ਨਹੀਂ ਬਚਦਾ ਹੈਗਾ ਤਾਂ ਉਹ ਬਾਹਰ ਸ਼ੇਅਰ ਦੇ ਰੂਪ ਦੇ ਵਿੱਚ ਇਸ਼ੂ ਕਰਦਾ ਵਾ, ਤਾਂ ਜੋ ਕੀ ਆ ਉਹਦੀ ਜਿਹੜੀ ਰਿਕੁਆਇਰਮੈਂਟ ਹੁੰਦੀ ਆ ਫਾਈਨੈਂਸ ਦੀ ਉਹ ਕੰਪਲੀਟ ਹੋ ਸਕੇ। ਜਦੋਂ ਉਹਦਾ ਪੈਸੇ ਵੀ ਆ ਜਾਂਦੇ, ਲਾਸਟ ਵਨ ਹੁੰਦੀ ਹੈ ਕਮੈਂਸਿੰਗ ਦੀ ਬਿਜ਼ਨਸ। ਹੁਣ ਇਸ ਤੋਂ ਬਾਅਦ ਉਹ ਕੀ ਆ, ਬਿਜ਼ਨਸ ਸ਼ੁਰੂ ਕਰ ਦੇਗਾ ਅਤੇ ਆਪਣਾ ਹੁਣ ਵਰਕਿੰਗ ਕਰਨਾ ਸਟਾਰਟ ਕਰ ਦੇਗਾ। ਇੱਥੇ ਹੁਣ ਉਹ ਕੀ ਆ, ਪੈਸਾ ਲਗਾਏਗਾ ਲੋਕਾਂ ਦੇ ਬਿਜ਼ਨਸ ਦੇ ਵਿੱਚ, ਅਤੇ ਆਪਣਾ ਬਿਜ਼ਨਸ ਕੀ ਆ ਸਟਾਰਟ ਕਰੇਗਾ, ਉਹਨਾਂ ਨੂੰ ਦੱਸੇਗਾ, ਅਤੇ ਹੁਣ ਉਹ ਸੇਲ ਪਰਚੇਜ਼ ਕਰਨੀ ਸ਼ੁਰੂ ਕਰ ਦੇਗਾ। ਤਾਂ ਲਾਸਟ ਸਟੈਪ ਹੁੰਦਾ ਕਮੈਂਸਿੰਗ ਆਫ ਦੀ ਬਿਜ਼ਨਸ। ਹੁਣ ਇਸ ਤੋਂ ਬਾਅਦ ਫਿਰ ਬਿਜ਼ਨਸ ਉਹ ਅਸਲ ਦੇ ਵਿੱਚ ਸ਼ੁਰੂ ਕਰ ਦਿੰਦਾ ਵਾ। ਨੈਕਸਟ ਪਾਰਟ ਹੈਗਾ ਇੰਪੋਰਟੈਂਟ ਡਾਕੂਮੈਂਟ ਆਫ ਦੀ ਪ੍ਰੋਸੈਸ ਆਫ ਟੂ ਦੀ ਕੰਪਨੀਜ਼ ਫਾਰਮੇਸ਼ਨ। ਜੇਕਰ ਤੁਸੀਂ ਆਹ ਕੰਪਨੀ ਬਣਾਉਣੀ ਆ ਤਾਂ ਤੁਹਾਨੂੰ ਕੀ ਆ, ਕੁਛ ਕੁ ਡਾਕੂਮੈਂਟਸ ਦੇਣੇ ਪੈਂਦੇ ਆ ਰਜਿਸਟਰਾਰ ਕੋਲ। ਪਹਿਲਾ ਹੈਗਾ ਵਾ ਮੈਮੋਰੈਂਡਮ ਆਫ ਐਸੋਸੀਏਸ਼ਨ। ਮੈਮੋਰੈਂਡਮ ਆਫ ਐਸੋਸੀਏਸ਼ਨ ਕੀ ਹੁੰਦਾ ਵਾ, ਇਹ ਡਾਕੂਮੈਂਟ ਦੇ ਵਿੱਚ ਤੁਹਾਡਾ ਕੀ ਹੁੰਦਾ, ਨੇਮ ਆਫ ਕਲੌਜ਼ ਵੀ ਤੁਹਾਡੀ ਕੰਪਨੀ ਦਾ ਨਾਮ ਕੀ ਹੋਏਗਾ। ਦੂਜਾ ਕੀ ਆ, ਰਜਿਸਟਰਡ ਆਫਿਸ ਵੀ ਤੁਹਾਡਾ ਜਿਹੜਾ ਹੈੱਡ ਆਫਿਸ ਆ ਉਹ ਕਿੱਥੇ ਹੋਏਗਾ। ਓਬਜੈਕਟਿਵ, ਤੁਸੀਂ ਕਿਸ ਕੰਮ ਕਰਕੇ ਤੁਸੀਂ ਇਹ ਬਿਜ਼ਨਸ ਸ਼ੁਰੂ ਕੀਤਾ ਵਾ, ਅਤੇ ਤੁਹਾਡੀ ਕੀ ਰਿਕੁਆਇਰਮੈਂਟਸ ਨੇ। ਫਿਰ ਹੈਗਾ ਵਾ ਤੁਹਾਡਾ ਮੇਨ ਓਬਜੈਕਟਿਵ, ਤੁਸੀਂ ਦੱਸਣਾ ਵਾ ਵੀ ਤੁਸੀਂ ਮੇਨ ਓਬਜੈਕਟਿਵ ਕਿਸ ਕਰਕੇ ਬਿਜ਼ਨਸ ਸ਼ੁਰੂ ਕੀਤਾ, ਅਤੇ ਤੁਹਾਡਾ ਮੇਨ ਓਬਜੈਕਟਿਵ ਕੀ ਆ। ਨੈਕਸਟ ਹੈਗਾ ਅਦਰ ਓਬਜੈਕਟਿਵ। ਇਹਨਾਂ ਤੋਂ ਇਲਾਵਾ ਤੁਸੀਂ ਹੋਰ ਕੀ ਸੋਚਦੇ ਹੋ ਵੀ ਇਹ ਤੁਸੀਂ ਲੋਕਾਂ ਦੀ ਭਲਾਈ ਲਈ ਕਰ ਰਹੇ ਹੋ, ਬੈਨੀਫਿਟਸ ਲਈ ਕਰ ਰਹੇ ਹੋ, ਜਾਂ ਗੌਰਮੈਂਟ ਲਈ ਕਰ ਸਕਦੇ ਹੋ, ਜਾਂ ਕੰਟਰੀ ਲਈ ਕਰਦੇ ਹੋ, ਉਹ ਵੀ ਦੱਸਣਾ ਪੈਂਦਾ ਵਾ। ਫਿਰ ਹੈਗਾ ਵਾ ਤੁਹਾਡੀ ਲਾਈਬਿਲਿਟੀ ਕਲੌਜ਼। ਇਹ ਦੱਸਿਆ ਜਾਂਦਾ ਵੀ ਤੁਸੀਂ ਕਿੰਨੀ ਕੀ ਦੇਣਦਾਰੀਆਂ ਨੇ, ਤੁਸੀਂ ਲਿਮਿਟਡ ਲਾਈਬਿਲਿਟੀ ਰੱਖਿਆ, ਗਰੰਟਿਡ ਰੱਖੀ ਆ, ਜਾਂ ਅਨਲਿਮਿਟਡ ਲਾਈਬਿਲਿਟੀ ਰੱਖੀ ਆ। ਨੈਕਸਟ ਹੈਗੀ ਹੈ ਕੈਪੀਟਲ ਕਲੌਜ਼ ਵੀ, ਤੁਸੀਂ ਪੈਸਾ ਕਿਵੇਂ ਰਾਈਜ਼ ਕਰੋਗੇ, ਤੁਸੀਂ ਕੀ ਆ ਕੰਪਨੀ ਆਪਣਾ ਪੈਸਾ ਲਗਾਓਗੇ, ਸ਼ੇਅਰ ਦੇ ਥਰੂ ਲਗਾਓਗੇ, ਜਾਂ ਲੋਨ ਲਵੋਗੇ, ਸਾਰਾ ਕੁਛ ਉੱਥੇ ਦੱਸਿਆ ਜਾਂਦਾ ਵਾ। ਨੈਕਸਟ ਹੈਗਾ ਵਾ ਐਸੋਸੀਏਸ਼ਨ ਕਲੌਜ਼। ਐਸੋਸੀਏਸ਼ਨ ਕਲੌਜ਼ ਦਾ ਮਤਲਬ ਕੀ ਆ ਵੀ ਨੰਬਰ ਆਫ ਪਰਸਨਸ ਕਿੰਨੇ ਕੁ ਇਨਕਲੂਡ ਹੋਣਗੇ, ਅਤੇ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਪਰਸਨ ਇਨਵੋਲਵ ਹੋਣਗੇ, ਅਤੇ ਉਹਨਾਂ ਦੀ ਕੀ ਦੇ ਲਾਈਬਿਲਿਟੀਜ਼ ਅਤੇ ਐਸਟਸ ਬਣਨਗੀਆਂ। ਨੈਕਸਟ ਹੈਗਾ ਤੁਹਾਡਾ ਆਰਟੀਕਲ ਆਫ ਐਸੋਸੀਏਸ਼ਨ। ਹੁਣ ਇਹਦੇ ਵਿੱਚ ਹੁੰਦਾ ਵਾ ਵਰਕਿੰਗ ਆਫ ਦੀ ਆਰਗੇਨਾਈਜੇਸ਼ਨ, ਵੀ ਜਦੋਂ ਤੁਸੀਂ ਆਪਣਾ ਬਿਜ਼ਨਸ ਸਟਾਰਟ ਕਰ ਲਿਆ, ਸਾਰਾ ਕੁਝ ਹੋ ਚੁੱਕਿਆ ਵਾ, ਤੁਹਾਡਾ ਰਜਿਸਟ੍ਰੇਸ਼ਨ ਹੋ ਚੁੱਕੀ ਆ, ਫਿਰ ਤੁਸੀਂ ਆਪਣਾ ਦੱਸੋਗੇ ਵੀ ਮੈਂ ਵਰਕ ਕਿਸ ਤਰੀਕੇ ਨਾਲ ਕਰਾਵਾਂਗਾ, ਕਿਹੜੇ ਕਿਹੜੇ ਬੰਦੇ ਇਨਵੋਲਵ ਹੋਣਗੇ, ਅਤੇ ਮੈਂ ਕਿਸ ਪਰਸਨ ਨੂੰ ਕਿਹੜੀ ਡਿਊਟੀਜ਼ ਦੇਵਾਂਗਾ, ਰਿਸਪੌਂਸੀਬਿਲਿਟੀ, ਇੱਥੇ ਸਾਰਾ ਕੁਝ ਡਿਸਾਈਡ ਹੁੰਦਾ ਵਾ। ਨੈਕਸਟ ਹੁੰਦਾ ਵਾ ਕੌਂਸਟੈਂਟ ਆਫ ਟੂ ਦੀ ਪ੍ਰਪੋਜ਼ਡ ਡਾਇਰੈਕਟਰਸ। ਹੁਣ ਇਹਦੇ ਵਿੱਚ ਦੱਸਿਆ ਜਾਊਗਾ ਵੀ ਕਿਹੜੇ ਡਾਇਰੈਕਟਰ ਕੰਟੀਨਿਊਸਲੀ ਵਰਕ ਕਰਨਗੇ, ਅਤੇ ਉਹ ਪਰਮਾਨੈਂਟ ਡਾਇਰੈਕਟਰਸ ਨੇ, ਅਤੇ ਉਹ ਬਿਜ਼ਨਸ ਦੇ ਵਿੱਚ ਇਨਵੈਸਟਮੈਂਟ ਕਰਨਗੇ, ਜਾਂ ਉਹ ਕਿਸ ਤਰੀਕੇ ਨਾਲ ਵਰਕਿੰਗ ਕਰਨਗੇ। ਨੈਕਸਟ ਹੈਗਾ ਵਾ ਐਗਰੀਮੈਂਟ ਵੀ, ਜੇਕਰ ਤੁਸੀਂ ਕਿਸੇ ਚੀਜ਼ ਨਾਲ ਐਗਰੀਮੈਂਟ ਕਰੋਗੇ ਜਾਂ ਕਿਸੇ ਪਰਸਨ ਨਾਲ ਐਗਰੀਮੈਂਟ ਕਰੋਗੇ, ਉਹਦੇ ਵਿੱਚ ਕੀ ਡਿਸਕਲੋਜ਼ ਕਰੋਗੇ, ਆਪਣੀ ਕੰਪਨੀ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਉਹ ਸਾਰੀਆਂ ਮੈਂਸ਼ਨ ਕਰਨੀਆਂ ਪੈਣਗੀਆਂ। ਲਾਸਟ ਵਨ ਹੈਗਾ ਵਾ ਸਟੇਚੂਟਰੀ ਡਿਕਲੇਰੇਸ਼ਨ। ਇਹਦੇ ਵਿੱਚ ਦੱਸਿਆ ਜਾਊਗਾ ਵੀ ਤੁਸੀਂ ਕਿਹੜੇ ਕਾਨੂੰਨ ਦੇ ਅੰਦਰ ਤੁਸੀਂ ਆਪਣੀ ਜਿਹੜੀ ਕੰਪਨੀ ਆ ਉਹ ਰਜਿਸਟਰ ਕਰਾਈ ਆ, ਅਤੇ ਉਹਦੇ ਵਿੱਚ ਤੁਸੀਂ ਕਿਹੜਾ ਟ੍ਰਾਂਜੈਕਸ਼ਨ ਕਰੋਗੇ, ਕੋਈ ਇਲੀਗਲ ਬਿਜ਼ਨਸ ਤਾਂ ਨਹੀਂ ਕਰੋਗੇ। ਤਾਂ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਡਿਕਲੇਅਰ ਕਰਕੇ ਤੁਸੀਂ ਆਪਣੀ ਬਿਜ਼ਨਸ ਦੇ ਲਈ ਡਾਕੂਮੈਂਟ ਕੰਪਲੀਟ ਕਰਨ ਤੋਂ ਬਾਅਦ ਤੁਸੀਂ ਆਪਣੇ ਬਿਜ਼ਨਸ ਦੇ ਲਈ ਫਾਈਲ ਕਰ ਸਕਦੇ ਹੋ ਰਜਿਸਟਰਾਰ ਕੋਲ। ਨੈਕਸਟ ਹੈਗਾ ਵਾ ਸਟਾਰਟਿੰਗ ਆਫ ਦੀ ਬਿਜ਼ਨਸ। ਹੁਣ ਬਿਜ਼ਨਸ ਕਿਵੇਂ ਸਟਾਰਟ ਹੋਊਗਾ। ਫਸਟ ਹੈਗਾ ਲਾਈਨ ਆਫ ਬਿਜ਼ਨਸ। ਮੈਂ ਬਿਜ਼ਨਸ ਦਾ ਲਾਈਨ ਦੇਖੂੰਗਾ, ਮੈਂ ਕਿਹੜੀ ਲਾਈਨ ਦੇ ਵਿੱਚ ਆ ਰਿਹਾ ਬਿਜ਼ਨਸ, ਮੈਨੂੰ ਕਿਹੜਾ ਬਿਜ਼ਨਸ ਕਰਨਾ ਚਾਹੁੰਦਾ ਵਾਂ, ਅਤੇ ਉਹਦੀ ਪ੍ਰੋਡਕਟ ਨੂੰ ਡਿਸਾਈਡ ਕਰਾਂਗਾ, ਮਾਰਕੀਟ ਨੂੰ ਦੇਖਾਂਗਾ, ਇਹ ਸਾਰੀਆਂ ਚੀਜ਼ਾਂ। ਫਿਰ ਅੱਗੇ ਆਏਗਾ ਸਾਈਜ਼ ਆਫ ਯੂਨਿਟ, ਵੀ ਮੈਂ ਕਿੱਡੀ ਕੁ ਵੱਡੀ ਬਿਜ਼ਨਸ ਖੋਲੂੰਗਾ, ਛੋਟਾ ਜਾਂ ਵੱਡਾ ਜਾਂ ਮਿਡਲ ਕਲਾਸ, ਇਹ ਡਿਪੈਂਡ ਕਰੂਗਾ ਜਿਹੋ ਜਿਹੇ ਮੇਰੇ ਕੋਲ ਪੈਸੇ ਹੋਣਗੇ। ਨੈਕਸਟ ਹੈਗਾ ਲੋਕੇਸ਼ਨ ਆਫ ਬਿਜ਼ਨਸ, ਵੀ ਮੇਰੀ ਬਿਜ਼ਨਸ ਦੀ ਲੋਕੇਸ਼ਨ ਕਿੱਦਾਂ ਦੀ ਹੋਏਗੀ, ਮੈਂ ਕਿਹੜੇ ਏਰੀਆ ਨੂੰ ਪ੍ਰੈਫਰੈਂਸ ਕਰ ਰਿਹਾ ਵਾਂ, ਰਿਮੋਟ ਏਰੀਆ ਨੂੰ ਕਰ ਰਿਹਾ, ਰੂਰਲ ਏਰੀਆ ਨੂੰ ਕਰ ਰਿਹਾ, ਜਾਂ ਅਰਬਨ ਏਰੀਆ ਨੂੰ, ਡਿਪੈਂਡ ਕਰੇਗਾ ਮੇਰੇ ਉੱਤੇ। ਫਿਰ ਹੈਗਾ ਵਾ ਫਾਰਮ ਆਫ ਟੂ ਦੀ ਆਨਰਸ਼ਿਪ, ਮੈਂ ਹੁਣ ਕਿਸ ਤਰੀਕੇ ਦਾ ਮਾਲਕ ਬਣਨਾ ਚਾਹੁੰਦਾ ਵਾਂ। ਠੀਕ ਹੈ ਜੀ, ਮੈਂ ਆਪਣੇ ਪੈਸਾ ਸਾਰਾ ਲਾਉਣਾ ਚਾਹੁੰਦਾ ਵਾਂ, ਸ਼ੇਅਰ ਹੋਲਡਰ ਦਾ ਪੈਸਾ ਲਾਉਣਾ ਚਾਹੁੰਦਾ ਵਾਂ, ਜਾਂ ਮੈਂ ਆਪਣੀ ਬਿਜ਼ਨਸ ਨੂੰ ਕੰਟੀਨਿਊ ਰੱਖਣਾ ਚਾਹੁੰਦਾ ਵਾਂ, ਇਹ ਦੱਸੇਗਾ। ਨੈਕਸਟ ਹੈਗਾ ਵਾ ਫਾਈਨੈਂਸ਼ੀਅਲ ਪਲੈਨਿੰਗ। ਹੁਣ ਮੈਂ ਇੱਥੇ ਦੱਸੂਗਾ ਵੀ ਮੈਂ ਕਿੰਨਾ ਪੈਸਾ ਬਿਜ਼ਨਸ ਦੇ ਵਿੱਚ ਲਾਉਣਾ ਵਾ, ਪੈਸਾ ਲਾਉਣਾ ਵੀ ਜਾਂ ਨਹੀਂ ਲਾਉਣਾ ਵਾ, ਜਾਂ ਉਹ ਪੈਸੇ ਨੂੰ ਕਿਸ ਤਰੀਕੇ ਨਾਲ ਮੈਂ ਮਰਜ ਕਰੂੰਗਾ, ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਦੱਸੀਆਂ ਜਾਂਦੀਆਂ ਨੇ ਵੀ ਮੇਰਾ ਪੈਸਾ ਕਿੱਥੋਂ ਆਏਗਾ, ਮੈਂ ਲੋਨ ਦੇ ਥਰੂ ਲਊਂਗਾ, ਆਪਣਾ ਪੈਸਾ ਲਾਊਂਗਾ, ਜਾਂ ਮਾਰਕੀਟ ਤੋਂ ਲਊਂਗਾ, ਇਹ ਡਿਪੈਂਡ ਕਰੇਗਾ। ਨੈਕਸਟ ਹੈਗਾ ਵਾ ਫਿਜ਼ੀਕਲ ਫੈਸਿਲਿਟੀ। ਫਿਰ ਮੈਂ ਇਹਦੇ ਵਿੱਚ ਦੱਸੂਗਾ ਵੀ ਮੇਰੇ ਕੋਲ ਫਿਜ਼ੀਕਲ ਫੈਸਿਲਿਟੀ ਕਿਹੜੀ ਆ, ਮੇਰੇ ਕੋਲ ਵਰਕਰਸ ਹੈਗੇ ਆ ਕਿ ਨਹੀਂ ਹੈਗੇ, ਜਾਂ ਵਰਕਰ ਤੋਂ ਇਲਾਵਾ ਮੇਰੇ ਕੋਲ ਮਸ਼ੀਨਰੀਜ਼ ਨੇ, ਜਾਂ ਕਿਹੜੇ ਅਲਟਰਨੇਟਿਵ ਆ, ਜੇਕਰ ਮੇਰੀ ਪ੍ਰੋਡਕਸ਼ਨ ਨੂੰ ਲੋੜ ਪਈ ਇਨਕਰੀਜ਼ ਕਰਨ ਦੀ, ਤਾਂ ਉਹਦੇ ਲਈ ਮੈਂ ਕੀ ਕੰਮ ਕਰਾਂਗਾ, ਜਾਂ ਮੇਰੇ ਕੋਲ ਕਿਹੜੇ ਮੈਨ ਪਾਵਰਸ ਹੈਗੀਆਂ ਨੇ। ਨੈਕਸਟ ਹੈਗਾ ਵਾ ਪਲਾਂਟ ਲੇਆਊਟ, ਵੀ ਮੇਰੀ ਫੈਕਟਰੀ ਕਿੱਥੇ ਓਪਨ ਹੋਏਗੀ, ਅਤੇ ਉਹਦੇ ਵਿੱਚ ਕਿਹੜੀਆਂ ਮਸ਼ੀਨਰੀਆਂ ਹੋਣਗੀਆਂ, ਅਤੇ ਕਿੰਨਾ ਆਵਰਸ ਵਰਕਿੰਗ ਕਰਨੇ ਪੈਣਗੇ, ਕਿੰਨੀਆਂ ਮਸ਼ੀਨਰੀਜ਼ ਨੇ, ਕੀ ਕੋਸਟ ਆ, ਉਹ ਸਾਰੇ ਕੁਝ ਮੈਂਸ਼ਨ ਕਰਨਾ ਪੈਂਦਾ ਵਾ।
ਨੈਕਸਟ ਹੈਗਾ ਵਾ ਇੰਟਰਨਲ ਆਰਗੇਨਾਈਜੇਸ਼ਨ। ਹੁਣ ਮੇਰੇ ਇਹ ਤੋਂ ਇਲਾਵਾ ਜਿਹੜੀ ਮੇਰੀ ਇੰਟਰਨਲ ਆਰਗੇਨਾਈਜੇਸ਼ਨ ਆ, ਜਿਵੇਂ ਅਕਾਊਂਟ ਡਿਪਾਰਟਮੈਂਟ, ਪ੍ਰੋਡਕਸ਼ਨ ਡਿਪਾਰਟਮੈਂਟ, ਸੇਲਸ ਡਿਪਾਰਟਮੈਂਟ, ਮਾਰਕੀਟ ਡਿਪਾਰਟਮੈਂਟ, ਇਹਨਾਂ ਦੇ ਬਾਰੇ ਸਾਰੀ ਡਿਟੇਲ ਦਿੱਤੀ ਜਾਵੇਗੀ। ਅਤੇ ਲਾਸਟ ਵਿੱਚ ਪਰਸੋਨਲ ਡਿਪਾਰਟਮੈਂਟ, ਜਿਹੜਾ ਕਿ ਬੰਦਿਆਂ ਨਵੇਂ ਪਰਸਨਸ ਨੂੰ ਰਿਕਰੂਟ ਕਰੇਗਾ ਬਿਜ਼ਨਸ ਦੇ ਲਈ, ਤਾਂ ਜੋ ਉਹ ਕੀ ਆ ਇਹਦੇ ਵਿੱਚ ਆ ਕੇ ਪ੍ਰੋਡਕਸ਼ਨ ਨੂੰ ਸਟਾਰਟ ਕਰ ਸਕਣ। ਤਾਂ ਇਹ ਇੱਕ ਸਟਾਰਟਿੰਗ ਦੀ ਪ੍ਰੋਸੈਸ ਸੀਗੀ ਜਿਹਦੇ ਲਈ ਮੈਂ ਬਿਜ਼ਨਸ ਨੂੰ ਸਟਾਰਟ ਕਰਾਂਗਾ। ਇਹ ਸੀਗਾ ਅੱਜ ਦਾ ਸੈਸ਼ਨ, ਅਤੇ ਇਸ ਨਾਲ ਆਪਣਾ ਜਿਹੜਾ ਚੈਪਟਰ ਉਹ ਕੰਪਲੀਟ ਹੋ ਜਾਂਦਾ ਵਾ। ਹੁਣ ਜਿਹੜਾ ਪ੍ਰੈਕਟਿਸ ਟੈਸਟ ਮੈਂ ਜਿਹੜਾ ਤੁਹਾਨੂੰ ਦਿੱਤਾ ਸੀਗਾ ਉਹਦੇ ਆਨਸਰ ਕੀ ਬਾਰੇ ਅੱਜ ਡਿਸਕਸ ਕਰਦੇ ਹਾਂ। ਫਸਟ ਕੁਐਸਚਨ ਸੀਗਾ ਵਿਚ ਆਫ ਟੂ ਦੀਆਂ ਫੋਲੋਇੰਗ ਕਰੈਕਟਰਿਸਟਿਕਸ ਰਿਲੇਟਡ ਟੂ ਦੀਆਂ ਇੰਪਲੋਇਮੈਂਟ ਦੇ ਲਈ ਸਭ ਤੋਂ ਇੰਪੋਰਟੈਂਟ ਚੀਜ਼ ਕਿਹੜੀ ਹੁੰਦੀ ਆ। ਤਾਂ ਜਿਹੜਾ ਇਹਦਾ ਆਨਸਰ ਬਣਦਾ ਸੀਗਾ, ਤੁਸੀਂ ਹੁਣ ਮੈਨੂੰ ਦੱਸਣਾ ਸੀ ਵੀ ਇਹਦੇ ਵਿੱਚ ਕਿਹੜਾ ਆਨਸਰ ਸੀਗਾ। ਰਾਈਟ ਆਨਸਰ ਸੀਗਾ ਪਹਿਲਾ ਜਾਂ ਤਾਂ ਪ੍ਰੋਡਕਸ਼ਨ ਆਫ ਗੁਡਸ ਐਂਡ ਸਰਵਿਸਿਜ਼, ਜਾਂ ਸੈਕਿੰਡ ਸੀਗਾ ਪ੍ਰੈਜ਼ੈਂਸ ਆਫ ਟੂ ਦੀ ਰਿਸਕ ਸੇਲ ਔਰ ਐਕਸਚੇਂਜ ਆਫ ਦੀ ਗੁਡਸ ਐਂਡ ਸਰਵਿਸਿਜ਼, ਜਾਂ ਸੈਲਰੀ ਔਰ ਵੇਜਿਸ। ਤਾਂ ਅਸੀਂ ਦੱਸਣਾ ਸੀ ਵੀ ਕਰੈਕਟਰਿਸਟਿਕਸ ਇੰਪਲੋਇਮੈਂਟ ਦੀ ਕਿਹੜੀ ਹੁੰਦੀ ਆ। ਪ੍ਰੈਜ਼ੈਂਸ ਆਫ ਰਿਸਕ ਦਾ ਫਸਟ ਆਨਸਰ ਕੀ ਸੀਗਾ, ਪ੍ਰੈਜ਼ੈਂਸ ਆਫ ਰਿਸਕ ਸੀਗਾ। ਵੀ ਜਿਹੜਾ ਪ੍ਰੈਜ਼ੈਂਸ ਆਫ ਰਿਸਕ ਹੁੰਦਾ ਵਾ ਇਹ ਇੱਕ ਬੈਨੀਫਿਟ ਆ, ਜਾਂ ਤੁਸੀਂ ਕਹਿ ਲਓ ਇੱਕ ਤਰ੍ਹਾਂ ਦੀ ਵਿਸ਼ੇਸ਼ਤਾ ਵਾ ਇੰਪਲੋਇਮੈਂਟ ਦੀ। ਦੇਖੋ ਇੱਥੇ ਪ੍ਰੋਡਕਸ਼ਨ ਅਤੇ ਗੁਡਸ ਐਂਡ ਸਰਵਿਸਿਜ਼ ਨਹੀਂ ਕੀਤੀਆਂ ਜਾਂਦੀਆਂ, ਅਸੀਂ ਇਹਨੂੰ ਪ੍ਰੋਡਿਊਸ ਕਰਨ ਦੇ ਵਿੱਚ ਹੈਲਪ ਕਰਦੇ ਹਾਂ। ਇਹਦੇ ਵਿੱਚ ਸੇਲ ਪਰਚੇਜ਼ ਅਸੀਂ ਕੁਛ ਨਹੀਂ ਕਰਦੇ ਹੈਗੇ। ਵੇਜਿਸ ਐਂਡ ਸੈਲਰੀਜ਼ ਇਹ ਵੀ ਸਾਨੂੰ ਨਹੀਂ ਮਿਲਦੀਆਂ ਹੈਗੀਆਂ। ਤਾਂ ਲਾਸਟ ਵਨ ਕੀ ਸੀਗਾ ਸਾਡਾ, ਪ੍ਰੈਜ਼ੈਂਸ ਆਫ ਰਿਸਕ, ਇਹਦਾ ਆਨਸਰ ਹੋਏਗਾ। ਨੈਕਸਟ ਹੈ ਵਿਚ ਆਫ ਟੂ ਦੀਆਂ ਫੋਲੋਇੰਗ ਕੈਨ ਨਾਟ ਟੂ ਬੀ ਕਲਾਸੀਫਾਈਡ ਐਂਡ ਟੂ ਦੀ ਆਬਜੈਕਟਿਵ ਆਫ ਦੀ ਬਿਜ਼ਨਸ। ਕਿਹੜੀ ਚੀਜ਼ ਅਜਿਹੀ ਹੈ ਜਿਹੜੀ ਕਿ ਸਾਡੇ ਬਿਜ਼ਨਸ ਦੇ ਆਬਜੈਕਟਿਵ ਨੂੰ ਨਹੀਂ ਕਲਾਸੀਫਾਈਡ ਕਰਦੀ। ਇਨਵੈਸਟਮੈਂਟ, ਪ੍ਰੋਡਕਟਿਵਿਟੀ, ਇਨੋਵੇਸ਼ਨ, ਜਾਂ ਪ੍ਰੋਫਿਟ ਮੇਕਿੰਗ। ਕੀ ਆਏਗਾ ਦਾ ਆਨਸਰ, ਇਨਵੈਸਟਮੈਂਟ ਜਿਹੜਾ ਸਾਡਾ ਬਿਜ਼ਨਸ ਦਾ ਆਬਜੈਕਟਿਵ ਹੁੰਦਾ, ਸਾਡਾ ਉਦੇਸ਼ ਕੀ ਹੁੰਦਾ, ਪ੍ਰੋਡਕਟਿਵਿਟੀ ਕਰਨਾ, ਠੀਕ ਆ, ਇਨੋਵੇਸ਼ਨ ਨਵੀਆਂ ਚੀਜ਼ਾਂ ਲਿਆਉਣਾ, ਪ੍ਰੋਫਿਟ ਅਰਨ ਕਰਨਾ। ਇਨਵੈਸਟਮੈਂਟ ਅਸੀਂ ਕਦੇ ਵੀ ਨਹੀਂ ਸੋਚਦੇ ਹੈਗੇ। ਤਾਂ ਇਸ ਦਾ ਆਨਸਰ ਕੀ ਸੀਗਾ ਵੀ ਜਿਹੜੀ ਅਸੀਂ ਚੀਜ਼ ਸਾਡੇ ਆਬਜੈਕਟਿਵ ਵਿੱਚ ਨਹੀਂ ਆਉਂਦੀ, ਕਿਹੜੀ ਨਹੀਂ ਆਉਂਦੀ, ਇਨਵੈਸਟਮੈਂਟ। ਨੈਕਸਟ ਹੈ ਸਾਡੇ ਕੋਲ the honor of to the rewards the conducting of to the business and bearing the risk what of the form of rewards of the honor received। ਵੀ ਜਿਹੜਾ honor ਆ ਉਹ ਕੀ ਆ, ਬਿਜ਼ਨਸ ਨੂੰ ਕੰਡਕਟ ਕਰ ਰਿਹਾ ਵਾ ਤਾਂ ਜੋ ਉਹਨੂੰ ਕੀ ਆ ਕੁਛ ਨਾ ਕੁਛ ਰਿਵਾਰਡ ਮਿਲੇ, ਅਤੇ ਉਹ ਰਿਸਕ ਇਸ ਚੀਜ਼ ਨੂੰ ਬੀਅਰ ਕਰਦਾ ਵਾ। ਇਹ ਕਿਹੜੇ ਫਾਰਮ ਦਾ ਜਿਹੜਾ ਰਿਵਾਰਡ ਆ ਉਹ ਆਨਰਸ ਰਿਸੀਵ ਕਰੇਗਾ। ਇਹ ਤੋਂ ਸਾਨੂੰ ਉਹਨੂੰ ਰੈਮੂਨੇਸ਼ਨ ਮਿਲੇਗੀ, ਕਮਿਸ਼ਨ ਮਿਲੇਗੀ, ਬੋਨਸ ਮਿਲੇਗਾ, ਜਾਂ ਉਹਨੂੰ ਕੀ ਮਿਲੇਗਾ, ਪ੍ਰੋਫਿਟ ਮਿਲੇਗਾ। ਤਾਂ ਤੁਹਾਨੂੰ ਕੀ ਆਨਸਰ ਲੱਗਦਾ ਵਾ, ਰੈਮੂਨੇਸ਼ਨ ਕਿਹਨੂੰ ਮਿਲਦੀ ਹੁੰਦੀ ਹੈ, ਜਿਹੜਾ ਕਿ ਉਹਦੇ ਥੱਲੇ ਵਰਕਰ ਕਰਦਾ ਵਾ। ਤਾਂ ਇਹ ਜਿਹੜਾ ਆਨਰ ਆ ਬਿਜ਼ਨਸ ਨੂੰ ਸਟਾਰਟ ਕਰਦਾ ਵਾ, ਉਹਨੂੰ ਤਨਖਾਹ ਨਾਲ ਤਾਂ ਕੋਈ ਮਤਲਬ ਹੀ ਨਹੀਂ। ਨੈਕਸਟ ਹੈਗਾ ਕਮਿਸ਼ਨ ਕਿਹਨਾਂ ਨੂੰ ਮਿਲਦਾ ਹੁੰਦਾ, ਜਿਹੜਾ ਕਿ ਸੇਲ ਜਾਂ ਪਰਚੇਜ਼ ਦੇ ਵਿੱਚ ਹੈਲਪ ਕਰੇ। ਤਾਂ ਆਨਰ ਜਿਹੜਾ ਵਾ ਉਹ ਸੇਲ ਪਰਚੇਜ਼ ਦੇ ਵਿੱਚ ਹੈਲਪ ਨਹੀਂ ਕਰਦਾ, ਉਹ ਸਗੋਂ ਉਹੀ ਸੇਲ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ। ਤਾਂ ਇਹ ਵੀ ਨਹੀਂ ਹੋ ਸਕਦਾ। ਨੈਕਸਟ ਹੈਗਾ ਵਾ ਬੋਨਸ ਕਿਹਨੂੰ ਮਿਲਦਾ ਹੁੰਦਾ, ਵੀ ਜਿਹੜਾ ਉਹਦੀ ਸੇਲ ਨੂੰ ਪ੍ਰਮੋਟ ਕਰੇ। ਤਾਂ ਫਿਰ ਆਨਰ ਜਿਹੜਾ ਵਾ ਉਹ ਦੇਵੇਗਾ ਬੋਨਸ, ਨਾ ਕਿ ਉਹ ਕੀ ਆ ਆਪ ਹੀ ਪ੍ਰਮੋਟ ਕਰੇਗਾ। ਤਾਂ ਲਾਸਟ ਵਨ ਕੀ ਹੋਏਗਾ, ਪ੍ਰੋਫਿਟ ਉਹਦਾ ਰਾਈਟ ਆਨਸਰ ਹੋਏਗਾ, ਕਿਉਂਕਿ ਆਨਰ ਜਿਹੜਾ ਵਾ ਉਹ ਤਾਂ ਰਿਸਕ ਬੀਅਰ ਕਰਦਾ ਤਾਂ ਜੋ ਉਹਨੂੰ ਕੀ ਆ ਉਸ ਬਿਜ਼ਨਸ ਦੇ ਵਿੱਚੋਂ ਪ੍ਰੋਫਿਟ ਹੋਵੇ। ਤਾਂ ਇਹਦਾ ਥਰਡ ਦਾ ਆਨਸਰ ਕੀ ਸੀਗਾ, ਪ੍ਰੋਫਿਟ। ਫੋਰਥ ਵਨ ਹੈਗਾ ਬਿਜ਼ਨਸ ਰਿਸਕ ਇਜ਼ ਨਾਟ ਲਾਈਕਲੀ ਟੂ ਰਾਈਜ਼ ਡਿਊ ਟੂ। ਵੀ ਜਿਹੜਾ ਬਿਜ਼ਨਸ ਰਿਸਕ ਇਹਨਾਂ ਦੇ ਵਿੱਚੋਂ ਕਿਹੜੇ ਕਾਰਨ ਕਰਕੇ ਨਹੀਂ ਹੁੰਦਾ ਹੈਗਾ। ਪਹਿਲਾ ਹੈਗਾ ਚੇਂਜ ਆਫ ਦੀ ਗੌਰਮੈਂਟ ਪਾਲਿਸੀਜ਼, ਗੁੱਡ ਮੈਨੇਜਮੈਂਟ, ਜਾਂ ਇੰਪਲਾਈਜ਼ ਡਿਸਆਨਰ, ਜਾਂ ਪਾਵਰ ਫੇਲੀਅਰ। ਕਿਹੜੇ ਕਰਕੇ ਇਹ ਨਹੀਂ ਹੁੰਦਾ ਹੈਗਾ ਵਾ, ਇਹ ਤੁਸੀਂ ਮੈਨੂੰ ਦੱਸਣਾ ਸੀਗਾ। ਤਾਂ ਇਹਦੇ ਵਿੱਚ ਹੈਗਾ ਵਾ ਪਹਿਲਾ ਹੈਗਾ ਚੇਂਜ ਆਫ ਗੌਰਮੈਂਟ ਪਾਲਿਸੀ। ਜੇਕਰ ਗੌਰਮੈਂਟ ਪਾਲਿਸੀ ਚੇਂਜ ਹੋ ਗਈ ਤਾਂ ਸਾਡਾ ਬਿਜ਼ਨਸ ਰਿਸਕ ਜ਼ਰੂਰ ਅਰਾਈਜ਼ ਹੋਏਗਾ। ਜਿਵੇਂ ਹੁਣ ਕੀ ਆ, ਗੌਰਮੈਂਟ ਕਹਿੰਦੇ ਵੀ ਆਹ ਇੰਡਸਟਰੀ ਨਹੀਂ ਓਪਨ ਕਰਨੀ ਹੈਗੀ ਜਾਂ ਬੰਦ ਕਰਨੀ ਆ, ਤਾਂ ਇਹਦੇ ਨਾਲ ਸਾਡਾ ਬਿਜ਼ਨਸ ਜ਼ਰੂਰ ਇਫੈਕਟ ਹੋਏਗਾ। ਫਿਰ ਥਰਡ ਵਨ ਹੈਗਾ ਵਾ ਵੀ ਆਨਰਸ ਡਿਸਓਨੈਸਟੀ। ਹੁਣ ਜਿਹੜਾ ਮੇਰੇ ਇੰਪਲੋਈਜ਼ ਕੀ ਆ ਮੇਰੇ ਨਾਲ ਇਮਾਨਦਾਰ ਨਹੀਂ ਹੈਗਾ, ਫਰਾਡ ਕਰਦਾ ਵਾ, ਤਾਂ ਇਹ ਕੀ ਆ ਮੇਰਾ ਬਿਜ਼ਨਸ ਰਿਸਕ ਜਿਹੜਾ ਵਾ ਇਹਦੇ ਨਾਲ ਵੀ ਕੀ ਆ ਵਧੇਗਾ, ਨਾ ਕਿ ਘਟੇਗਾ। ਲਾਸਟ ਵਨ ਹੈਗਾ ਵਾ ਜਿਹੜਾ ਪਾਵਰ ਫੇਲੀਅਰ। ਜੇਕਰ ਪਾਵਰ ਬੰਦ ਹੋ ਗਈ ਤਾਂ ਇਹਦੇ ਨਾਲ ਕੀ ਆ ਮੇਰਾ ਬਿਜ਼ਨਸ ਰਿਸਕ ਵੱਧ ਜਾਏਗਾ, ਕਿਉਂਕਿ ਜਿਹੜਾ ਮੈਂ ਪ੍ਰੋਡਕਸ਼ਨ ਕਰਨੀ ਹੋਊਗੀ ਕੀ ਆ ਖਰਾਬ ਹੋ ਜਾਏਗੀ। ਤਾਂ ਇਹਦੇ ਵਿੱਚ ਆਨਸਰ ਕੀ ਸੀਗਾ ਜਿਹਦੇ ਕਰਕੇ ਨਹੀਂ ਹੁੰਦਾ ਹੈਗਾ ਬਿਜ਼ਨਸ ਰਿਸਕ, ਉਹ ਹੈਗਾ ਗੁੱਡ ਮੈਨੇਜਮੈਂਟ। ਵੀ ਜੇਕਰ ਮੈਂ ਚੰਗੀ ਤਰ੍ਹਾਂ ਦੀ ਮੈਨੇਜਮੈਂਟ ਕਰੂੰਗਾ ਤਾਂ ਮੇਰਾ ਬਿਜ਼ਨਸ ਰਿਸਕ ਕਦੀ ਵੀ ਅਰਾਈਜ਼ ਹੋ ਹੀ ਨਹੀਂ ਸਕਦਾ। ਤਾਂ ਇਹਦਾ ਆਨਸਰ ਕੀ ਸੀਗਾ, ਗੁੱਡ ਮੈਨੇਜਮੈਂਟ। ਨੈਕਸਟ ਹੈ ਸਾਡੇ ਕੋਲ ਫਿਫਥ ਕੁਐਸਚਨ, ਦੀਆ ਆਕੂਪੇਸ਼ਨ ਇਨ ਵਿਚ ਦੀਆ ਪੀਪਲਸ ਵਰਕ ਫॉर ਅਦਰਸ ਐਂਡ ਗੈਟਿੰਗ ਰੈਮੂਨੇਸ਼ਨ ਰਿਟਰਨ ਇਟ। ਵੀ ਕਿਹੜਾ ਅਜਿਹਾ ਕੀਤਾ ਵਾ ਜਿਹਦੇ ਵਿੱਚ ਵਰਕਰ ਕੀ ਆ ਕੰਮ ਕਰਦਾ ਦੂਜੇ ਲਈ ਅਤੇ ਉਹਦੇ ਵੱਟੇ ਉਹ ਪੈਸੇ ਲੈਂਦਾ ਵਾ। ਕੀ ਉਹ ਬਿਜ਼ਨਸ ਆ, ਨਹੀਂ, ਬਿਜ਼ਨਸ ਦੇ ਵਿੱਚ ਸਾਨੂੰ ਕੀ ਮਿਲਦਾ, ਪ੍ਰੋਫਿਟ ਮਿਲਦਾ ਵਾ, ਠੀਕ ਹੈ ਜੀ। ਤਾਂ ਬਿਜ਼ਨਸ ਤਾਂ ਹੋ ਹੀ ਨਹੀਂ ਸਕਦਾ ਹੈਗਾ। ਫਿਰ ਕੀ ਆ, ਪ੍ਰੋਫੈਸ਼ਨ ਹੁੰਦਾ ਗੁੱਡਸ ਐਂਡ ਸਰਵਿਸਿਜ਼ ਦੇਣੀਆਂ ਅਤੇ ਉਹ ਤੋਂ ਆਪਣੀ ਫੀਸ ਚਾਰਜ ਕਰਨੀ, ਤਾਂ ਸਾਨੂੰ ਰੈਮੂਨੇਸ਼ਨ ਨਹੀਂ ਮਿਲਦੀ। ਨਨ ਆਫ ਦੀਜ਼ ਇਹਨਾਂ ਵਿੱਚੋਂ ਇਹ ਹੋ ਨਹੀਂ ਸਕਦਾ। ਇੰਪਲੋਇਮੈਂਟ ਹੋਏਗੀ। ਇੰਪਲੋਇਮੈਂਟ ਦਾ ਮਤਲਬ ਕੀ ਹੁੰਦਾ, ਰੁਜ਼ਗਾਰ ਦੇਣਾ ਕਿਸੇ ਨੂੰ, ਵੀ ਉਹਦਾ ਕੰਮ ਲੈਣਾ ਉਹ ਤੋਂ ਅਤੇ ਉਹਨੂੰ ਪੈਸੇ ਦੇਣਾ। ਤਾਂ ਇਹਦਾ ਆਨਸਰ ਕੀ ਆ, ਇੰਪਲੋਇਮੈਂਟ ਹੋਏਗਾ।
सिक्स्थ क्वेश्चन दी इकनॉमिक एक्टिविटी इन विच ऑफ टू दी स्पैशलाइज नॉलेज इज़ रिक्वायर्ड भी कही अजिही आर्थिक स्थिति है जिहदे विच एक स्पैशलाइज विशेष तरह की नॉलेज होनी बहुत जरूरी है। बिजनस के लिए कोई नॉलेज होने की लोड़ नहीं हैगी, चाहे परसन अनपढ़ होवे पर उन्होंने की है एक मैनेजमेंट स्किल आउंदी होवे, एक वे ऑफ टॉकिंग वधिया होवे तां वो बिजनस कर सकदा। इंपलॉयमेंट लई नॉलेज चाहिए होंदी है, बट ये नहीं है भी उन्होंने स्पैशलाइज्ड ही चाहिए उस चीज़ के लिए, उन्हें बस एक क्वालिफिकेशन चाहिए है क्योंकि उन्हें पर्टिकुलर जॉब नूं रिक्वायरमेंट पूरा करना। सी हैगा प्रोफैशन ਲਈ ਸਾਨੂੰ ਸਪੈਸ਼ਲ ਨੌਲੇਜ ਚਾਹੀਦੀ ਆ। ਫॉर एग्जांपल ਵੀ ਜਿਹੜਾ ਲਾਇਰ ਆ, ਜੇਕਰ ਤੁਸੀਂ ਕੋਰਟ ਦੇ ਵਿੱਚ ਕੇਸ ਲੜਨਾ ਚਾਹੁੰਦੇ ਹੋ ਤਾਂ ਸਿਰਫ ਲਾਇਰ ਹੀ ਉਸ ਕੇਸ ਨੂੰ ਲੜ ਸਕਦਾ ਵਾ, ਅਤੇ ਉਹ ਕਿਉਂ ਲੜ ਸਕਦਾ ਕਿਉਂਕਿ ਉਹਦੇ ਕੋਲ ਲਾਅ ਦੀ ਡਿਗਰੀ ਹੁੰਦੀ ਹੈ। ਤਾਂ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਵੀ ਜੇਕਰ ਕੋਈ ਆਰਥਿਕ ਸਥਿਤੀ ਆ ਜਿਹਦੇ ਵਿੱਚ ਉਹਨੂੰ ਸਪੈਸ਼ਲ ਨੌਲੇਜ ਦੀ ਲੋੜ ਆ ਤਾਂ ਉਹ ਕੀ ਹੋਏਗੀ, ਪ੍ਰੋਫੈਸ਼ਨ ਹੋਏਗੀ। ਨੈਕਸਟ ਹੈ ਸਾਡਾ ਵਿਚ ਆਫ ਟੂ ਦੀਆਂ ਫੋਲੋਇੰਗ ਡਜ਼ ਨਾਟ ਟੂ ਬੀ ਕਰੈਕਟਰਾਈਜ਼ਡ ਆਫ ਦੀ ਬਿਜ਼ਨਸ ਐਕਟੀਵਿਟੀ, ਕਿਹੜੀਆਂ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਬਿਜ਼ਨਸ ਐਕਟੀਵਿਟੀ ਦੇ ਲਈ ਵਿਸ਼ੇਸ਼ਤਾ ਨਹੀਂ ਦਰਸਾਉਂਦੀਆਂ ਹੈਗੀਆਂ। ਤਾਂ ਪਹਿਲੀ ਹੈਗੀ ਆ ਪ੍ਰੋਡਕਸ਼ਨ ਐਂਡ ਗੁੱਡਸ ਐਂਡ ਸਰਵਿਸਿਜ਼, ਵੀ ਜੇਕਰ ਅਸੀਂ ਕੋਈ ਚੀਜ਼ ਨੂੰ ਬਣਾਉਂਦੇ ਹਾਂ ਅਤੇ ਉਹਨੂੰ ਚੀਜ਼ਾਂ ਦੀ ਗੁੱਡਸ ਐਂਡ ਸਰਵਿਸਿਜ਼ ਨੂੰ ਬਣਾਉਂਦੇ ਹਾਂ ਤਾਂ ਇਹਦਾ ਕਰੈਕਟਰਿਸਟਿਕਸ ਹੈਗੀ ਆ ਬਿਜ਼ਨਸ ਦੇ ਵਿੱਚ ਅਸੀਂ ਇਹ ਕੰਮ ਹੀ ਕਰਦੇ ਹਾਂ, ਅਸੀਂ ਪ੍ਰੋਡਕਸ਼ਨ ਬਣਾਉਣਾ ਵਾ। ਨੈਕਸਟ ਹੈਗਾ ਵਾ ਪ੍ਰੈਜ਼ੈਂਸ ਆਫ ਰਿਸਕ, ਇਹਦੇ ਵਿੱਚ ਰਿਸਕ ਤਾਂ ਇਨਵੋਲਵ ਹੁੰਦਾ ਹੀ ਆ, ਜੇ ਕੋਈ ਬਿਜ਼ਨਸ ਅਸੀਂ ਕਰ ਰਹੇ ਹਾਂ ਤਾਂ ਸਾਨੂੰ ਕੀ ਆ ਰਿਸਕ ਅਸੀਂ ਟੇਕ ਕਰਦੇ ਹਾਂ। ਫਿਰ ਥਰਡ ਹੈਗਾ ਵਾ ਸੇਲ ਐਂਡ ਐਕਸਚੇਂਜ ਆਫ ਗੁੱਡਸ ਐਂਡ ਸਰਵਿਸ, ਬਿਜ਼ਨਸ ਦਾ ਕੰਮ ਹੀ ਇਹ ਹੁੰਦਾ ਵੀ ਅਸੀਂ ਕੀ ਆ ਕੋਈ ਵੀ ਚੀਜ਼ ਨੂੰ ਖਰੀਦਣਾ ਅਤੇ ਵੇਚਣਾ ਜਾਂ ਉਹਨੂੰ ਚੀਜ਼ਾਂ ਨੂੰ ਐਕਸਚੇਂਜ ਕਰਨਾ ਵਾ ਔਨ ਦੀ ਬੇਸਿਸ ਆਫ ਕੈਸ਼। ਲਾਸਟ ਹੈਗਾ ਵਾ ਵੇਜਿਸ ਐਂਡ ਸੈਲਰੀ, ਤਾਂ ਵੇਜਿਸ ਐਂਡ ਸੈਲਰੀ ਕੀ ਆ ਉਹ ਬਿਜ਼ਨਸ ਦੀ ਕਰੈਕਟਰਿਸਟਿਕ ਐਕਟੀਵਿਟੀ ਨਹੀਂ ਹੈਗੀ, ਇਹ ਕੀ ਆ ਇਹ ਕੰਪਨਸ਼ੇਟ ਕੀਤਾ ਜਾਂਦਾ ਪਰਸਨ ਨੂੰ ਜਿਹੜਾ ਉਹਦੇ ਵਰਕਿੰਗ ਕਰਦਾ ਵਾ, ਤਾਂ ਇਹ ਬਿਜ਼ਨਸ ਦਾ ਕਰੈਕਟਰਿਸਟਿਕਸ ਨਹੀਂ ਹੈਗਾ। ਤਾਂ ਆਨਸਰ 7 ਦਾ ਕੀ ਆ ਹੋਏਗਾ, ਸੈਲਰੀ ਐਂਡ ਵੇਜਿਸ। 8th ਵਨ ਹੈਗਾ ਵਾ ਬਿਜ਼ਨਸ ਅਰਨਸ ਪ੍ਰੋਫਿਟ ਫॉर, ਵੀ ਜਿਹੜਾ ਬਿਜ਼ਨਸ ਦੇ ਵਿੱਚ ਸਾਨੂੰ ਪ੍ਰੋਫਿਟ ਹੁੰਦਾ ਉਹ ਕਿਸ ਚੀਜ਼ ਦੇ ਲਈ ਹੁੰਦਾ ਵਾ। ਪਹਿਲਾ ਹੈਗਾ ਵਾ ਇਨਕਮ ਦੇ ਲਈ, ਸਾਨੂੰ ਆਮਦਨ ਮਿਲਦੀ ਆ, ਹਾਂਜੀ ਆਮਦਨ ਮਿਲਦੀ ਆ। ਨੈਕਸਟ ਹੈਗਾ ਗਰੋਥ, ਸਾਡਾ ਵਿਕਾਸ ਹੁੰਦਾ ਵਾ, ਹਾਂਜੀ ਬਿਜ਼ਨਸ ਦਾ ਇਸ ਤਰੀਕੇ ਨਾਲ ਵਿਕਾਸ ਹੁੰਦਾ, ਜੇਕਰ ਮੈਨੂੰ ਪ੍ਰੋਫਿਟ ਅਰਨ ਹੋਊਗਾ ਤਾਂ ਮੈਂ ਆਪਣਾ ਹੋਰ ਗਰੋਥ ਕਰੂੰਗਾ। ਰਿਸਕ ਟੇਕਿੰਗ, ਤਾਂ ਰਿਸਕ ਟੇਕ ਕਰਨਾ ਹੀ ਪੈਂਦਾ ਜੇਕਰ ਤੁਸੀਂ ਪ੍ਰੋਫਿਟ ਲੈਣਾ ਵਾ। ਤਾਂ ਲਾਸਟ ਵਨ ਕੀ ਆ ਆਲ ਆਫ ਦੈਮ, ਤਾਂ ਆਨਸਰ ਕੀ ਬਣੇਗਾ ਆਲ ਆਫ ਦੈਮ, ਕਿਉਂਕਿ ਇਹ ਸਾਰੀਆਂ ਚੀਜ਼ਾਂ ਇਨਵੋਲਵ ਹੁੰਦੀਆਂ ਨੇ ਇੱਕ ਬਿਜ਼ਨਸ ਦੇ ਵਿੱਚ ਪ੍ਰੋਫਿਟ ਅਰਨ ਕਰਨ ਦੇ ਨਾਲ, ਤਾਂ ਇਹਦਾ ਆਨਸਰ ਕੀ ਬਣੇਗਾ ਆਲ ਆਫ ਦੈਮ। 9th ਹੈਗਾ ਦੀਆਂ ਇੰਡਸਟਰੀ ਵਿਚ ਇਜ਼ ਸਪੋਰਟ ਟੂ ਦੀਆਂ ਬਿਜ਼ਨਸ ਟੂ ਦੀਆਂ ਅਨਦਰ ਇੰਡਸਟਰੀਜ਼ ਐਜ਼ ਨੋਨ ਐਜ਼, ਵੀ ਜਿਹੜੀਆਂ ਇੰਡਸਟਰੀਜ਼ ਜਿਹੜੀਆਂ ਸਰਵਿਸਿਜ਼ ਨੂੰ ਸਪੋਰਟ ਕਰਦੀ ਹੈ ਦੂਜੀ ਇੰਡਸਟਰੀ ਨੂੰ, ਉਹਨੂੰ ਕੀ ਕਿਹਾ ਜਾਂਦਾ ਵਾ, ਪ੍ਰਾਇਮਰੀ ਇੰਡਸਟਰੀ ਕਿਹਾ ਜਾਂਦਾ। ਪ੍ਰਾਇਮਰੀ ਇੰਡਸਟਰੀ ਕਿਹੜੀ ਹੁੰਦੀ ਹੈ, ਜਿਹੜੀ ਕਿ ਨੈਚੁਰਲ ਜਾਂ ਕਹਿ ਦਿਓ ਵੀ ਕੁਦਰਤੀ ਬੇਸਡ ਹੁੰਦੀਆਂ ਨੇ, ਵੀ ਜਿਹੜਾ ਸਾਨੂੰ ਕੁਦਰਤ ਤੋਂ ਚੀਜ਼ਾਂ ਮਿਲਦੀਆਂ ਨੇ, ਜਿਵੇਂ ਫਿਸ਼ਿੰਗ ਹੋ ਗਈ, ਮਾਈਨ ਇੰਡਸਟਰੀ ਹੋ ਗਈ, ਇਹ ਕੀ ਆ ਪ੍ਰਾਇਮਰੀ ਇੰਡਸਟਰੀਜ਼ ਨੇ। ਨੈਕਸਟ ਹੈਗੀ ਆ ਸੈਕੰਡਰੀ ਇੰਡਸਟਰੀ ਕਿਹੜੀ ਹੁੰਦੀ ਆ, ਜਿਹੜੀ ਕੀ ਆ ਪ੍ਰਾਇਮਰੀ ਇੰਡਸਟਰੀ ਦੇ ਉੱਤੇ ਡਿਪੈਂਡੈਂਟ ਰਹਿੰਦੀ ਆ ਜਾਂ ਉਹ ਦੂਸਰੀ ਇੰਡਸਟਰੀ ਨੂੰ ਵੀ ਸਪੋਰਟ ਕਰਦੀ ਆ। ਨੈਕਸਟ ਹੈਗੀ ਆ ਕਮਰਸ਼ੀਅਲ ਇੰਡਸਟਰੀ ਕਿਹੜੀ ਹੁੰਦੀ ਹੈ, ਜਿਹੜੀ ਕਿ ਪੈਸਿਆਂ ਨਾਲ ਡੀਲ ਕਰਦੀ ਆ। ਤਾਂ ਇਹਦੇ ਵਿੱਚ ਕੀ ਹੁੰਦਾ ਵਾ, ਅਸੀਂ ਉਸ ਚੀਜ਼ਾਂ ਦੇ ਉੱਤੇ ਵਰਕ ਕਰਦੇ ਹਾਂ ਜਿਹਦੇ ਵਿੱਚ ਸਾਨੂੰ ਕੀ ਆ ਪ੍ਰੋਫਿਟ ਅਰਨ ਹੁੰਦੇ ਆ। ਨੈਕਸਟ ਹੈਗਾ ਵਾ ਟੈਰੀਟਰੀ ਸੈਕਟਰ ਕਿਹੜਾ ਹੁੰਦਾ ਵਾ, ਜਿਹੜਾ ਕਿ ਪ੍ਰਾਇਮਰੀ ਅਤੇ ਸੈਕੰਡਰੀ ਸੈਕਟਰ ਨੂੰ ਸਪੋਰਟ ਕਰਦਾ ਅਤੇ ਇਹਨਾਂ ਦੀ ਹੈਲਪ ਕਰਦਾ ਵਾ ਗਰੋਥ ਕਰਨ ਦੇ ਵਿੱਚ। ਤਾਂ ਇਹਦਾ ਆਨਸਰ ਕੀ ਬਣੇਗਾ, ਟੈਰੀਟਰੀ ਸੈਕਟਰ ਆਨਸਰ ਹੋਏਗਾ 9th ਦਾ। ਲਾਸਟ ਹੈਗਾ ਕੁਐਸਚਨ ਵਿਚ ਆਫ ਟੂ ਦੀਆਂ ਬਰੋਡ ਕੈਟਾਗਰੀਜ਼ ਆਫ ਟੂ ਦੀਆਂ ਇੰਡਸਟਰੀਜ਼ ਕਵਰ ਆਫ ਟੂ ਦੀਆਂ ਆਇਲ ਰਿਫਾਈਨਰੀ ਐਂਡ ਸ਼ੂਗਰ ਮਿਲਸ, ਕਿਹੜੀਆਂ ਅਜਿਹੀਆਂ ਕੈਟਾਗਰੀਜ਼ ਦੇ ਵਿੱਚ ਜਿਹੜੀਆਂ ਇੰਡਸਟਰੀਜ਼ ਆਉਂਦੀਆਂ ਨੇ ਆਇਲ ਰਿਫਾਈਨਰੀ ਅਤੇ ਸ਼ੂਗਰ ਮਿਲਸ। ਪ੍ਰਾਇਮਰੀ ਇੰਡਸਟਰੀ ਹੁਣੀ ਗੱਲ ਕੀਤੀ ਆ ਵੀ ਕੁਦਰਤ ਦੇ ਅੰਡਰ ਹੁੰਦੀਆਂ ਨੇ, ਜਿਹੜੀਆਂ ਵੀ ਕੁਦਰਤੀ ਚੀਜ਼ਾਂ ਤੋਂ ਮਿਲਦੀ ਆ। ਸੈਕੰਡਰੀ ਇੰਡਸਟਰੀ ਜਿਹੜੀ ਕਿ ਪ੍ਰਾਇਮਰੀ ਇੰਡਸਟਰੀ ਦੇ ਉੱਤੇ ਬੇਸਡ ਹੁੰਦੀ ਹੈ, ਜੇਕਰ ਉਹਨਾਂ ਨੂੰ ਉਸ ਚੀਜ਼ ਤੋਂ ਰॉ ਮਟੀਰੀਅਲ ਮਿਲੇਗਾ ਤਾਂ ਹੀ ਉਹ ਚੀਜ਼ਾਂ ਬਣਾਵੇਗੀ। ਅਤੇ ਲਾਸਟ ਥਰਡ ਹੈਗਾ ਵਾ ਟੈਰੀਟਰੀ ਸੈਕਟਰ, ਜਿਹੜਾ ਕਿ ਪ੍ਰਾਇਮਰੀ ਅਤੇ ਸੈਕੰਡਰੀ ਸੈਕਟਰ ਨੂੰ ਸਪੋਰਟ ਕਰਦਾ ਵਾ ਪਰ ਇਹਨਾਂ ਤੋਂ ਉਹਨੂੰ ਰॉ ਮਟੀਰੀਅਲ ਦੀ ਲੋੜ ਨਹੀਂ ਹੁੰਦੀ ਹੈਗੀ। ਅਤੇ ਥਰਡ ਵਨ ਹੈਗਾ ਨਨ ਆਫ ਦੀਸ, ਤਾਂ ਇਹਦਾ ਆਨਸਰ ਕੀ ਬਣੇਗਾ ਸੈਕੰਡਰੀ ਸੈਕਟਰ ਆਨਸਰ ਬਣੇਗਾ। ਕਿਉਂਕਿ ਸੈਕੰਡਰੀ ਸੈਕਟਰ ਕਿਹੜਾ ਵਾ, ਜਿਹੜਾ ਕਿ ਪ੍ਰਾਇਮਰੀ ਸੈਕਟਰ ਦੇ ਉੱਤੇ ਜਿਵੇਂ ਕਿ ਸ਼ੂਗਰ ਕੇਨ ਉਹ ਤੋਂ ਮਿਲੇਗਾ ਤਾਂ ਉਹ ਸ਼ੂਗਰ ਮਿਲ ਉਹ ਚੱਲੇਗੀ। ਆਇਲ ਰਿਫਾਈਨਰੀ ਲਈ ਜੇਕਰ ਸਾਨੂੰ ਪ੍ਰਾਇਮਰੀ ਦੇ ਵਿੱਚ ਜਿਵੇਂ ਸਾਨੂੰ ਕੀ ਆ ਸਨਫਲਾਵਰ ਇਹੋ ਜਿਹੀਆਂ ਚੀਜ਼ਾਂ ਮਿਲਣਗੀਆਂ ਤਾਂ ਹੀ ਅਸੀਂ ਆਇਲ ਰਿਫਾਈਨਰੀ ਖੋਲ੍ਹ ਸਕਦੇ ਹਾਂ। ਤਾਂ ਇਹਦਾ ਆਨਸਰ ਕੀ ਸੀਗਾ, ਸੈਕੰਡਰੀ ਸੈਕਟਰ ਇਹਦਾ ਆਨਸਰ ਸੀਗਾ। ਆਈ ਹੋਪ ਤੁਸੀਂ ਜਿਹੜੇ ਇਹਦੇ ਆਨਸਰ ਨੇ ਉਹ ਮੈਚ ਕਰ ਲਏ ਹੋਣਗੇ ਅਤੇ ਤੁਸੀਂ ਇਹਨਾਂ ਦੇ ਆਨਸਰ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੋਣੀ ਆ। ਮੈਂ ਇੱਕ ਪਰਸਨ ਨੂੰ ਜ਼ਰੂਰ ਐਪਰੀਸ਼ੀਏਟ ਕਰਨਾ ਚਾਹੁੰਦਾ ਵਾ, ਉਹਨਾਂ ਨੇ ਮੈਨੂੰ ਜ਼ਰੂਰ ਆਨਸਰ ਕੀ ਹੈ ਜਿਹੜੀ ਉਹ ਮੈਨੂੰ ਸੈਂਡ ਕੀਤੀ ਸੀ ਪਰਸਨਲੀ। ਵੈਸੇ ਉਹ ਬੱਚੇ ਨੂੰ ਕਮੈਂਟ ਕਰਨਾ ਚਾਹੀਦਾ ਸੀ ਮੇਰੇ ਕਮੈਂਟ ਬਾਕਸ ਦੇ ਵਿੱਚ, ਬਟ ਫਿਰ ਵੀ ਆਈ ਵਿਲ ਐਪਰੀਸ਼ੀਏਟ ਟੂ ਦਿਸ ਸਿਮਰਨਪ੍ਰੀਤ ਕੌਰ ਫਰੋਮ ਟੂ ਦੀ +1 ਕਲਾਸ। So I will appreciate these girls because she has been giving their all answer is correct, but 2 answers will be a little bit wrong, but still she was very near to these kinds of the answers. So I will appreciate to this and keep it up, and I will also be suggested to the other students, so you will be also doing these kinds of the work. So that's why I will know that you will be getting their knowledge from my
videos. And I will also at last time once again I will congrats to this girl Simranpreet Kaur, appreciating you will be doing very good job and do their very best. Thanks a lot watching for my session. And at last I will also be once again told you, when you have been comes to the first time on my YouTube channel, so subscribe my channel, just do it. And for bright futures, press bell icon for the latest update related to my videos. Thanks a lot watching for my session.